ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਮਹਾਰਾਜ ਨੇ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਜੋ ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸ, ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਅਤੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤਰੇਹਣ ਬੰਸ ਉਹਨਾਂ ਵੱਲੋਂ ਰਚਿਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ, ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਲੜੀ ਤਹਿਤ ਪੰਜਵੇਂ ਮਹੱਲੇ ਦੀ ਕਥਾ ਕੱਲ ਆਪ ਜੀ ਨੇ ਸਰਵਣ ਕੀਤੀ ਹੈ ਕਿ ਨਾਨਕ ਸ਼ਾਹੀ ਸੰਮਤ 135 ਭਾਦਰੋਂ ਸੁਦੀ ਏਕਮ ਬਿਕਰਮੀ ਸੰਮਤ 1661 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਔਰ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਸਿੰਘ ਥਾਪ ਕਰਕੇ ਮੁੱਖ ਵਾਕ ਬਾਬਾ ਬੁੱਢਾ ਜੀ ਨੇ ਲਿਆ। ਉਪਰੰਤ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਰਪਾ ਕਰੋ, ਜੋ ਤੁਸੀਂ ਭੋਗ ਪਾਠ ਦਾ ਦੱਸਿਆ ਹੈ ਇਹ ਸਾਨੂੰ ਵਿਸਥਾਰ ਸਹਿਤ ਦੱਸੋ ਸਤਿਗੁਰੂ ਜੀ, ਕਿਸ ਤਰ੍ਹਾਂ ਹੈ। ਮਹਾਰਾਜ ਕਹਿੰਦੇ ਭਾਈ 3 ਤਰ੍ਹਾਂ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਸ ਪਾਵਨ ਬਾਣੀ ਦਾ 3 ਵਿਧੀਆਂ ਹਨ। ਇੱਕ ਹੈ ਅਖੰਡ ਪਾਠ ਸਾਹਿਬ ਤੇ ਇੱਕ ਸਪਤਾਹ ਪਾਠ ਹੈ, ਇੱਕ ਨਿਰਬੰਧਨ ਸਾਧਾਰਨ ਪਾਠ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਦੀ ਵੱਖਰੀ ਵੱਖਰੀ ਮਰਜ਼ਾਦਾ। ਇਹ ਮਰਜ਼ਾਦਾ ਕਿ ਜਦੋਂ ਵੀ ਪਾਠ ਪ੍ਰਕਾਸ਼ ਕਰਨਾ ਹੈ, ਜਿਸ ਵੀ ਘਰ ਸਥਾਨ ਤੇ ਪ੍ਰਕਾਸ਼ ਹੋਵੇ ਉਹਨੂੰ ਸਾਫ਼ ਪਵਿੱਤਰ ਲਿਪਾ ਪੋਚੀ ਸਮੇਂ ਦੇ ਅਨੁਸਾਰ ਕਰਨੀ ਹੈ।
और सब तरह करके सजा करके ਪਹਿਲਾਂ ਅੰਮ੍ਰਿਤ ਕਲਸ਼ ਕੁੰਭ ਇਤਿਆਦਿਕ ਰੱਖ ਕੇ ਪੁਸ਼ਪ ਦੀਪ ਧੂਪ ਇਤਿਆਦਿਕ ਫਿਰ ਕੜਾਹ ਪ੍ਰਸ਼ਾਦ ਪਾਠੀ ਸਿੰਘਾਂ ਦਾ ਔਰ ਮਰਜ਼ਾਦਾ ਦੱਸੀ ਸਹਿਤ ਕੇਸ਼ੀ ਇਸ਼ਨਾਨ ਕਰਨ ਪਵਿੱਤਰ ਪੁਸ਼ਾਕਾਂ ਪਾਉਣ ਔਰ ਬਾਣੀ ਦੇ ਅਭਿਆਸੀ ਇਸ ਤਰ੍ਹਾਂ ਦੀ ਤਿਆਰੀ ਉਪਰੰਤ ਆਨੰਦ ਸਾਹਿਬ ਦਾ ਪਾਠ ਕਰ ਫਿਰ ਭਾਈ ਹੁਕਮਨਾਮਾ ਹੁਕਮ ਮੁਖ ਵਾਕ ਲੈ ਕਰਕੇ ਸੰਗਤ ਦੀ ਆਗਿਆ ਜਕਾਰੇ ਰੂਪ ਵਿੱਚ ਲੈ ਕੇ ਫਿਰ ਆਰੰਭ ਕਰਨਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਭਾਈ ਜਪਜੀ ਸਾਹਿਬ ਦਾ ਪਾਠ ਹੋਣ ਉਪਰੰਤ ਕੜਾਹ ਪ੍ਰਸ਼ਾਦ ਵਰਤਾਉਣਾ। ਇਸ ਤਰ੍ਹਾਂ ਫਿਰ ਪਾਠੀ ਸਿੰਘਾਂ ਦੀ ਰੌਲ ਬਦਲੀ ਉਹ ਸਾਰਾ ਮਹਾਰਾਜ ਨੇ ਦੱਸਿਆ ਕਿ ਸਭ ਵਿਧੀਆਂ ਸਹਿਤ ਇਹ ਲਗਾਤਾਰ ਜੋ ਕੀਤਾ ਜਾਵੇ ਅਖੰਡ ਪਾਠ ਇੱਕ ਰੈਨ ਦਿਵਸ ਰਾਤ ਦਿਨ ਇੱਕ ਸਮ ਹੋਵੇ, ਸਵੇਰੇ ਸ਼ਾਮ ਕੜਾਹ ਪ੍ਰਸ਼ਾਦ ਵਰਤੇ ਤੇ ਜੋ ਭੋਗ ਦੇ ਸਮੇਂ ਮਰਜ਼ਾਦਾ ਵਰਮਾਲਾ ਸਾਹਿਬ ਬਸਤਰ ਇਤਿਆਦਿਕ ਭੇਟਾ ਕਰਨੀ ਔਰ ਗੁਰੂ ਮਹਾਰਾਜ ਦੀ ਬਾਣੀ ਸਰਵਣ ਕਰਨੀ। ਤੇ ਮਹਾਰਾਜ ਕਹਿੰਦੇ ਭਾਈ ਵਿਧੀ ਅਨੁਸਾਰ ਕੋਈ ਪਾਠ ਕਰੇਗਾ ਤਾਂ ਉਹ ਗੁਰਸਿੱਖ ਦੀ ਮਨਸਾ ਗੁਰੂ ਸਾਹਿਬ ਪੂਰੀ ਕਰਨਗੇ। ਜਿਹੜੀ ਵੀ ਮਨਸਾ ਹੋਵੇ ਅਰਦਾਸ ਵਿੱਚ ਉਹ ਬੇਨਤੀ ਕਰਨੀ ਹੈ। ਇਹ ਅਖੰਡ ਪਾਠ ਦੀ ਬੇਅੰਤ ਵੱਡੀ ਸਤਿਗੁਰੂ ਜੀ ਕਹਿੰਦੇ ਭਾਈ ਮਹਿਮਾ। ਫਿਰ ਮਹਾਰਾਜ ਕਹਿੰਦੇ ਸਪਤਾਹ ਪਾਠ ਹੈ ਭਾਈ ਜੋ 7 ਦਿਨਾਂ ਵਿੱਚ ਪਾਠ ਕੀਤਾ ਜਾਂਦਾ ਹੈ। ਵਿਧੀ ਦੇ ਮੁਤਾਬਕ ਰੋਜ਼ ਉਤਨੇ ਅੰਗ ਕਰਨੇ, ਬਾਕੀ ਮਰਜ਼ਾਦਾ ਸਾਰੀ ਉਸੇ ਤਰ੍ਹਾਂ ਹੀ ਹੈ। ਕੜਾਹ ਪ੍ਰਸ਼ਾਦ ਰੁਮਾਲਾ ਸਾਹਿਬ ਪੁਸ਼ਾਕਾ ਇਤਿਆਦਿਕ ਦੀ। ਔਰ ਫਿਰ ਮਹਾਰਾਜ ਕਹਿੰਦੇ ਭਾਈ ਸਾਧਾਰਨ ਪਾਠ ਹੈ। ਇਹ ਵੀ ਆਰੰਭਤਾ ਸਾਰੀ ਉਸੇ ਤਰ੍ਹਾਂ ਹੀ ਕੜਾਹ ਪ੍ਰਸ਼ਾਦ ਅਰਦਾਸ ਕਰ ਬੇਨਤੀ ਕਰ ਆਰੰਭ ਕਰਨਾ। ਇਸ ਦਾ ਕੋਈ ਬੰਧਨ ਨਹੀਂ ਹੈ ਕਿ ਜਿੰਨੇ ਵੀ ਦਿਨਾਂ ਵਿੱਚ ਪਾਠ ਹੋ ਸਕੇ ਕੀਤਾ ਜਾ ਸਕਦਾ ਹੈ। ਇਹਦੇ ਵਿੱਚ ਕੋਈ ਵਿਚਾਰ ਨਹੀਂ ਜਾਣਨੀ ਹੈ। ਤੇ ਫਿਰ ਭੋਗ ਦਾ ਮਰਜ਼ਾਦਾ ਸਾਰੀ ਦੱਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਬੰਨੋ ਨੂੰ ਵੀ ਫਿਰ ਇੱਥੋਂ ਵਿਦਾ ਕਰ ਦਿੱਤਾ। ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਮਹਾਰਾਜ ਹੁਣ ਮਰਜ਼ਾਦਾ ਇਹ ਦੱਸੋ ਕਿ ਸ਼ਾਮ ਦਾ ਕਿਵੇਂ ਹੈ। ਤਾਂ ਸਤਿਗੁਰੂ ਸਾਹਿਬ ਜੀ ਨੇ ਦੱਸਿਆ ਭਾਈ ਰਹਿਰਾਸ ਸਾਹਿਬ ਦਾ ਪਾਠ ਹੋਣ ਉਪਰੰਤ ਕਿ ਇਹ ਜੋ ਗ੍ਰੰਥ ਹੈ ਇਹ ਭਾਈ ਪਰਮੇਸ਼ਰ ਦਾ ਹੀ ਅਵਤਾਰ ਹੈ ਔਰ ਇਹ ਜੋ ਦਰਬਾਰ ਹੈ ਸ੍ਰੀ ਹਰਿਮੰਦਰ ਸਾਹਿਬ ਇਹ ਵੀ ਪਰਮੇਸ਼ਰ ਦਾ ਹੀ ਦਰਬਾਰ ਹੈ। ਤੇ ਸ਼ਾਮ ਨੂੰ ਸੋਹਲਾ ਸਾਹਿਬ ਪੜਨ ਤੋਂ ਬਾਅਦ ਸਵਾਰਾ ਲਿਜਾ ਕਰਕੇ ਜਿਸ ਕੋਠੜੀ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਨਿਵਾਸ ਕਰਨਾ। ਅਸੀਂ ਵੀ ਕੋਲ ਨਿਵਾਸਾ ਕਰਾਂਗੇ। ਸਤਿਗੁਰੂ ਮਹਾਰਾਜ ਨੇ ਇਉਂ ਮਰਜ਼ਾਦਾ ਦੱਸੀ। ਕੁਝ ਹੋਰ ਦੱਸ ਰਹੇ ਹੈ। ਅਗਲੀ ਕਥਾ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਾਹਾਂ ਨਿਵਾਸ ਕਰੋ ਜੁਤ ਮਾਨ। ਇਉਂ ਕੋਠਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਵਾਸ ਕਰਨਾ। ਸਭਾ ਜਾਮ ਮਨ ਰਹਿ ਆਨ। ਇਹ ਬਾਬਾ ਬੁੱਢਾ ਜੀ ਜਦੋਂ ਸਵੇਰ ਵੇਲੇ ਸਵਾ ਪਹਿਰ ਰਾਤ ਰਹਿ ਜਾਵੇ ਸ੍ਰੀ ਹਰਿਮੰਦਰ ਤਬਹਿ ਇਸ਼ਨਾਨੋ। ਫਿਰ ਸ੍ਰੀ ਹਰਿਮੰਦਰ ਸਾਹਿਬ ਦਾ ਇਸ਼ਨਾਨ ਕਰਵਾਇਆ ਜਾਵੇ। ਫਰਸ਼ ਅਨੇਕ ਭਾਂਤ ਕੇ ਠਾਨੋ। ਉਸ ਉਪਰੰਤ ਇਸ਼ਨਾਨ ਕਰਨ ਦੇ ਉਪਰੰਤ ਸੋਹਣੇ ਸੁੰਦਰ ਅਨੇਕਾਂ ਤਰ੍ਹਾਂ ਦੇ ਫਰਸ਼ ਵਿਛਾਉਣੇ ਵਿਛਾਏ ਜਾਣ। ਦੀਪਕ ਸਦਾ ਕ੍ਰਿਤ ਕੋ ਬਾਰੋ। ਜਿਹੜਾ ਦੀਵਾ ਹੈ ਮਹਾਰਾਜ ਕਹਿੰਦੇ ਉਹ ਹਮੇਸ਼ਾ ਘਿਓ ਦਾ ਬਾਲਣਾ ਹੈ। ਸਭਾ ਜਾਮ ਜਬ ਨਿਸਾ ਨਿਹਾਰੋ। ਜਦੋਂ ਸਵਾ ਜਾਮ ਭਾਵ ਸਵਾ ਪਹਿਰ ਰਾਤ ਰਹਿੰਦੀ ਹੋਵੇ ਵੇਖੋ। ਰਾਗੀ ਆਸਾ ਵਾਰ ਸੁਗਾਵਹਿ।
ਜਿਹੜੇ ਰਾਗੀ ਨੇ ਉਹ ਆਸਾ ਦੀ ਵਾਰ ਗਾਉਣ, ਅਨਕ ਰਾਗ ਕੇ ਸ਼ਬਦ ਸੁਣਾਵੇ। ਹੋਰ ਵੀ ਰਾਗਾਂ ਦੇ ਸ਼ਬਦ ਕੀਰਤਨ ਕਰਕੇ ਸੁਣਾਉਣ। ਅਰਧ ਜਾਮ ਜਾਮਨ ਰਹਿ ਜਾਬੋ। ਜਦੋਂ ਭਾਈ ਅੱਧਾ ਪਹਿਰ ਫਿਰ ਰਾਤ ਰਹਿ ਜੇ, ਭਾਵ ਸਵਾ ਪਹਿਰ ਤੋਂ ਆਰੰਭਤਾ ਹੁਣ ਵੀ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਦੇਖੋ ਰਾਤ ਨੂੰ 12 ਤੋਂ ਬਾਅਦ ਸਾਰਾ ਇਸ਼ਨਾਨ ਕਰਵਾਇਆ ਜਾਂਦਾ ਹੈ ਕੱਚੀ ਲੱਸੀ ਦੇ ਨਾਲ, ਤੇ ਵਿਧੀ ਦੇ ਮੁਤਾਬਕ ਇਹੀ ਪੁਰਾਤਨ ਸਮੇਂ ਤੋਂ ਮਰਜ਼ਾਦਾ ਹੈ। ਅੱਜ ਕੱਲ ਤਾਂ ਜਿਹੜਾ ਹੈ ਕਿੰਤੂ ਪਰੰਤੂ ਇਹ ਜੇ ਹੋ ਗਿਆ। ਦੇਖੋ ਜੀ, ਇਹਦੇ 'ਚ ਪਾਣੀ ਦੁੱਧ ਪਾ ਕੇ, ਇਹ ਦੁੱਧ ਪੀਣ ਵਾਲੀ ਵਸਤੂ ਹੈ, ਇੱਥੇ ਡੋਲੀ ਜਾਂਦੇ ਆ, ਫਲਾਨਾ ਕਰੀ ਜਾਂਦੇ ਆ, ਹਰੇਕ ਗੱਲ ਨੂੰ ਬਾਹਮਣਵਾਦ ਨਾਲ ਜੋੜ ਲੈਂਦੇ ਭਾਈ। ਜਿਹੜਾ ਹੁਣ ਜੇ ਉੱਥੇ ਹੋਰ ਕੈਮੀਕਲਾਂ ਨਾਲ ਫਰਸ਼ ਧੋਣਗੇ, ਪਹਿਲੀ ਗੱਲ ਤਾਂ ਉਹਨਾਂ ਦੀ ਸਮੈਲ ਨਹੀਂ ਜਾਊਗੀ ਕੈਮੀਕਲਾਂ ਦੀ। ਫੇਰ ਦੇਖੋ ਸਰੋਵਰ ਦੇ ਵਿੱਚ ਜਾਣਾ ਹੈ, ਉਹ ਸਾਰਾ ਜਲ ਮੱਛੀਆਂ ਹੈ, ਹੋਰ ਹੈ, ਇਸ਼ਨਾਨ ਵੀ ਕਰਨਾ ਸਭ ਨੇ। ਇਸ ਕਰਕੇ ਜਿਹੜਾ ਦੁੱਧ ਹੈ, ਇਹ ਤੇ ਮਾਹਰਾਂ ਨੇ ਵੀ ਇਹ ਸਿੱਧ ਕੀਤਾ ਹੈ ਕਿ ਭਾਈ ਇਹ ਫਰਸ਼ ਦੇ ਵਾਸਤੇ ਸਭ ਤੋਂ ਵੱਧ ਚਮਕਦਾਇਕ ਤੇ ਸਫਾਈ ਦੇ ਲਈ ਸਭ ਤੋਂ ਵਧੀਆ ਹੈ। ਹੁਣ ਉਹ ਸਾਰਾ ਨਹੀਂ ਹੁੰਦਾ, ਥੋੜਾ ਵਿੱਚ ਦੁੱਧ, ਬਾਕੀ ਜਾਲੀ ਹੁੰਦਾ ਹੈ। ਇਹ ਹੁਣ ਖਾਣ ਪੀਣ ਆਉਂ ਤਾਂ ਹੁਣ ਆਪਾਂ ਦੇਖਦੇ ਰਹੇ ਆ, ਐਂ ਤਾਂ ਹੁਣ ਦਹੀਂ ਲੱਸੀ ਇਹ ਵੀ ਤਾਂ ਖਾਣ ਪੀਣ ਵਾਲੀ ਵਸਤੂ ਹੀ ਹੈ, ਪਰ ਹੁਣ ਤੱਕ ਇਹ ਗੱਲ ਦੇਖਦੇ ਰਹੇ ਆ ਕਿ ਪਹਿਲਾਂ ਦਹੀਂ ਲੱਸੀ ਇਹਦੇ ਨਾਲ ਹੀ ਇਸ਼ਨਾਨ ਕਰ ਲੈਂਦੇ ਹੁੰਦੇ ਸੀ, ਕੇਸੀ ਇਸ਼ਨਾਨ ਕਰਨਾ। ਹੋਰ ਇਹ ਅੱਜ ਵੀ ਜਿਹੜਾ ਹੈ ਵੈਦ ਜਿਹੜੇ ਕਹਿੰਦੇ ਨੇ ਉਹ ਸਭ ਤੋਂ ਵਧੀਆ, ਤੇ ਉਦੋਂ ਕੋਈ ਕਿੰਤੂ ਪ੍ਰੰਤੂ ਨਹੀਂ। ਪਾਸੇ ਤਾਂ ਜਾਣ ਬੁੱਝ ਕੇ ਗੁਰੂ ਘਰਾਂ ਦੀ ਮਰਜ਼ਾਦਾ ਤੇ ਹੀ ਕੁਝ ਲੋਕਾਂ ਦਾ ਹੋਇਆ ਵਿਆ ਹੈ ਸੋਚ, ਉਹ ਬਸ ਬਹਾਨਾ ਪਾਲਦੇ ਆ। ਜੇ ਹੁਣ ਉਦੋਂ ਪੁੱਛੀਏ ਵੀ ਭਾਈ ਵੈਦ ਵੀ ਇਹ ਗੱਲ ਕਹਿੰਦੇ ਆ, ਪੁਰਾਣੇ ਮਾਏ ਸਾਰੇ ਆਮ ਹੀ ਘਰਾਂ 'ਚ ਕਿਹੜਾ ਸਾਬਣ ਸ਼ੈਂਪੂ ਲਾਉਂਦਾ ਸੀ, ਤੇ ਉਹੀ ਲੱਸੀ ਨਾਲ ਹੀ ਇਸ਼ਨਾਨ ਕਰ ਲੈਂਦੇ, ਦਹੀਂ ਪਾ ਲੈਂਦੇ ਸਿਰ 'ਚ। ਤੇ ਹੈ ਤਾਂ ਹੁਣ ਕੱਲ ਨੂੰ ਕੋਈ ਉੱਠ ਕੇ ਕਹੂ ਇਹਦੇ ਖਾਣ ਵਾਲੀ ਬਾਤ, ਤੁਸੀਂ ਨਹਾਈ ਜਾਂਦੇ ਹੋ। ਤੇ ਬਾਕੀ ਭਾਈ ਇਹਨਾਂ ਦੇ ਜਿਹੜੇ ਬਾਹਲੇ ਕਿੰਤੂ ਪ੍ਰੰਤੂ ਕਰਨ ਵਾਲੇ ਆ ਨਾ, ਇਹ ਜਿਹੜੇ ਸਾਬਣ ਵਰਤਦੇ ਆ, ਤੇ ਉਹਦਾ ਤੁਸੀਂ ਦੇਖੋ ਉਹਨਾਂ ਦੇ ਵਿੱਚ ਵੀ ਮਸ਼ਹੂਰੀ ਉਹ ਦਿੰਦੇ ਆ ਸਾਬਣ ਵਾਲੇ ਵੀ, ਸਾਡੇ ਵਾਲੇ ਸਾਬਣ 'ਚ ਦੁੱਧ ਦੀ ਮਾਤਰਾ ਹੈ, ਤੇ ਉਹ ਵੀ ਤਾਂ ਪਾਉਂਦੇ ਹੀ ਹੈ। ਪਰ ਇਹ ਚੀਜ਼ਾਂ ਜਿਹੜੀਆਂ ਨੇ ਸ਼ੈਂਪੂਆਂ ਦੇ ਵਿੱਚ ਵੀ, ਜਿਹੜਾ ਆਯੁਰਵੈਦਿਕ ਸ਼ੈਂਪੂ ਹਨ ਉਹਦੇ ਵਿੱਚ ਕਿੰਨੀਆਂ ਹੁਣ ਜੜੀ ਬੂਟੀਆਂ, ਕਿੰਨਾ ਕੁਛ ਇਸ ਤਰ੍ਹਾਂ ਦਾ ਪੈਂਦਾ ਹੈ। ਤੇ ਬਾਕੀ ਦੂਜੇ ਨੇ, ਕਹਿਣ ਦਾ ਭਾਵ ਹੈ ਕਿ ਇਹ ਪੁਰਾਤਨ ਸਮੇਂ ਤੋਂ ਹੀ ਮਰਜ਼ਾਦਾ ਹੈ। ਚਲੋ ਜਿਹੜੇ ਕਰਨ ਵਾਲੇ ਆ, ਭਾਵਨਾ ਵਾਲੇ, ਉਹ ਤਾਂ ਕਰੀ ਜਾਂਦੇ ਆ, ਸਾਰਿਆਂ ਦਾ ਹੀ ਹੁੰਦਾ, ਤਾਂ ਗੱਲ ਕੁਦਰਤੀ ਚੱਲਦੀ ਵਿੱਚ ਆ ਗਈ ਹੈ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਉਂ ਸੋਹਣਾ ਸੁੰਦਰ ਪਹਿਲਾਂ ਇਸ਼ਨਾਨ ਕਰਵਾਉਣਾ ਹੈ, ਉਪਰੰਤ ਸਵਾ ਪਹਿਰ ਫਿਰ ਆਸਾ ਦੀ ਵਾਰ ਕੀਰਤਨ ਸ਼ੁਰੂ ਹੋ ਜੇ। ਹੁਣ ਵੀ ਦਰਬਾਰ ਸਾਹਿਬ ਵਿੱਚ ਇਸੇ ਤਰ੍ਹਾਂ ਆਸਾ ਦੀ ਵਾਰ ਦਾ ਕੀਰਤਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬਾਅਦ ਵਿੱਚ ਹੁੰਦਾ ਹੈ, ਵਿਚਕਾਰ ਆਸਾ ਦੀ ਵਾਰ ਦਾ ਕੀਰਤਨ ਚੱਲਦਾ ਹੁੰਦਾ ਹੈ। ਕੁਝ ਸਮੇਂ ਲਈ ਵਿਸ਼ਰਾਮ ਦਿੱਤਾ ਜਾਂਦਾ ਹੈ ਕੀਰਤਨ ਨੂੰ, ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਭੱਟ ਸਾਹਿਬਾਨ ਦੇ ਸਵਈਏ ਪੜ੍ਹੇ ਜਾਂਦੇ ਹਨ, ਕਿੰਨੇ ਜਿਹੜੇ ਮੰਗਲਾ ਚਰਨ ਹੁੰਦੀ ਹੈ, ਮਹਾਰਾਜ ਦੀ ਮੰਗਲਮਈ ਸ਼ਬਦ ਪੜ੍ਹਦੇ ਆ ਸਵਈਆਂ ਨੇ। ਉਪਰੰਤ ਫਿਰ ਸ੍ਰੀ ਮੁਖ ਵਾਕ ਸਾਹਿਬ ਲਿਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਰਧ ਜਾਮ ਜਾਮਨ ਰਹਿ ਜਾਵੋ। ਜਦੋਂ ਭਾਈ ਫਿਰ ਅੱਧਾ ਪਹਿਰ ਰਾਤ ਰਹਿ ਜਾਵੇ, ਆਨੋ ਸ੍ਰੀ ਗ੍ਰੰਥ ਜੀ ਤਬਾ, ਉਸ ਸਮੇਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆਂਦੇ ਜਾਣ। ਵਾਰ ਭੋਗ ਤੇ ਖੋਲ ਪੜੀ ਜੈ। ਇਸ ਤਰ੍ਹਾਂ ਫਿਰ ਭਾਈ ਵਾਰ ਹੈ, ਇਹ ਭੋਗਤਾ ਪੜ ਕਰਕੇ ਫਿਰ ਅਰਦਾਸ ਹੁੰਦੀ ਹੈ। ਇਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਖੁੱਲ ਕੇ ਜਾਂ ਸ਼ਬਦ ਕੀਰਤਨ ਹੋਣਾ ਹੈ। ਇਸ ਪ੍ਰਕਾਰ ਨਿਤ ਪ੍ਰਤ ਹੀ ਕੀਜੈ। ਇਸ ਤਰ੍ਹਾਂ ਦੀ ਬਾਬਾ ਬੁੱਢਾ ਜੀ ਨਿਤਾ ਪ੍ਰਤੀ ਮਰਜ਼ਾਦਾ ਕਰਨੀ ਹੈ।
ਦੁਤੀਏ ਬਿਲਾਵਲ ਚੌਂਕੀ ਹੋਵੇ। ਪਹਿਲਾਂ ਆਸਾ ਦੀ ਵਾਰ ਚੌਂਕੀ, ਫਿਰ ਦੂਜੀ ਬਿਲਾਵਲ ਦੀ ਚੌਂਕੀ ਹੋਵੇ। ਚੌਂਕੀ ਭਾਵ ਫਿਰ ਬਿਲਾਵਲ ਦੇ ਸ਼ਬਦ ਪੜ੍ਹਦੇ ਹਨ। ਚਰਨ ਕਮਲ ਸਦ ਤਹਿ ਜੋਵੈ, ਤੇ ਚਰਨ ਕਮਲ ਸਦ, ਇਸ ਤਰ੍ਹਾਂ ਸਾਰਾ ਜੋ ਇਹ ਸ਼ਬਦ ਨੇ ਇਹ ਪੜ੍ਹੇ ਜਾਂਦੇ। ਸੰਧਿਆ ਸੋਦਰ ਚੌਂਕੀ ਜਾਨੋ, ਸੰਧਿਆ ਸ਼ਾਮ ਦੇ ਸਮੇਂ ਸੋਦਰ ਦੀ ਚੌਂਕੀ ਜਾਣ ਲਓ। ਅੰਤ ਕਾਨੜੇ ਕੀਰਤਨ ਠਾਨੋ, ਫਿਰ ਅੰਤ ਭਾਈ ਕਾਨੜਾ ਰਾਗ ਇਹ ਕੀਰਤਨ ਕਰਨਾ ਹੈ। ਅਪਰ ਸਿੱਖ ਸੰਗਤ ਮਿਲ ਸਾਰੇ, ਬਾਕੀ ਭਾਈ ਫਿਰ ਬਾਅਦ ਵਿੱਚ ਹੋਰ ਸਾਰੀਆਂ ਸਿੱਖ ਸੰਗਤਾਂ ਮਿਲ ਕਰ ਪਠੈ ਸ਼ਬਦ ਬਹੁ ਜੋਟੀ ਵਾਰੇ, ਫਿਰ ਜੋਟੀਆਂ ਦੇ ਸ਼ਬਦ ਜਿਹੜੇ ਆ ਉਹ ਪੜ੍ਹੇ ਜਾਣ। ਲਗ ਪਰ ਕਰਮਾ ਵੱਡੀ ਫਿਰਾਵੇ, ਫਿਰ ਭਾਈ ਛੋਟੀ ਪਰਿਕਰਮਾ ਕਰ, ਫਿਰ ਸਾਰੀ ਵੱਡੀ ਪਰਿਕਰਮਾ ਕਰਨੀ ਹੈ। ਜੋ ਅੱਜ ਵੀ ਦਰਬਾਰ ਪਹਿਲਾਂ ਹਰਿਮੰਦਰ ਸਾਹਿਬ, ਫਿਰ ਸਾਰੇ ਸਰੋਵਰ ਦੇ ਉੱਪਰ ਦੀ ਪਰਿਕਰਮਾ ਬਾਅਦ ਵਿੱਚ ਹੁੰਦੀ ਹੈ। ਨਿਤ ਪ੍ਰਤਿ ਐਸੀ ਕਾਰ ਕਮਾਵੇ, ਨਿਤਾ ਪ੍ਰਤੀ ਇਸ ਤਰ੍ਹਾਂ ਦੀ ਕਾਰਜ ਕਰਨਾ ਹੈ। ਇਮ ਕਹਿ ਸ੍ਰੀ ਗੁਰ ਬੈਠ ਰਹਾਏ, ਇਸ ਤਰ੍ਹਾਂ ਕਹਿ ਕੇ ਸਾਰੀ ਮਰਜ਼ਾਦਾ ਦੱਸ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਹਨ। ਚੌਂਕੀ ਸੁਨੀ ਕਾਨੜਾ ਗਾਏ, ਫਿਰ ਰਬਾਬੀ ਸਿੰਘਾਂ ਨੇ ਕਾਨੜਾ ਰਾਗ ਗਾਇਆ, ਉਹ ਚੌਂਕੀ ਸਰਵਣ ਕੀਤੀ। ਬਹੁਰ ਸੋਹਿਲਾ ਪਾਠ ਕਰ ਪਾਸ, ਫਿਰ ਭਾਈ ਸੋਹਲਾ ਸਾਹਿਬ ਦਾ ਪਾਠ ਕੀਤਾ। ਉੱਠ ਤਬ ਸਭ ਕੀਨ ਸੇ ਅਰਦਾਸ, ਫਿਰ ਸਾਰੇ ਉੱਠੇ ਹਨ ਔਰ ਅਰਦਾਸ ਕੀਤੀ ਹੈ। ਖਾਸੇ ਮਹਿ ਗੁਰ ਗ੍ਰੰਥ ਰਖਾਏ, ਪਾਲਕੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਕੀਤੇ। ਤਬ ਸਿੱਖਨ ਲੀਏ ਕੰਧ ਉਠਾਏ, ਤਦ ਭਾਈ ਸਿੱਖਾਂ ਨੇ ਆਪਣੇ ਮੋਢਿਆਂ ਪਰ ਪਾਲਕੀ ਸਾਹਿਬ ਚੁੱਕੀ ਹੈ। ਚਾਮਰ ਲੀਨ ਸ੍ਰੀ ਗੁਰ ਕਰ ਧਾਰੀ, ਇਉਂ ਗੁਰੂ ਸਾਹਿਬ ਨੇ ਆਪਣੇ ਹੱਥਾਂ ਵਿੱਚ ਔਰ ਸਾਹਿਬ ਲਿਆ ਹੈ। ਪਠੈ ਸ਼ਬਦ ਸਿੱਖ ਵਾਰੋ ਵਾਰੀ, ਸਿੱਖ ਵਾਰੀ ਵਾਰੀ ਸ਼ਬਦ ਪੜ੍ਹਦੇ ਹਨ। ਸੰਖਨ ਕੀ ਧੁਨ ਕੀਨ ਬਿਸਾਲਾ, ਫਿਰ ਭਾਈ ਸੰਖਾਂ ਦੀਆਂ ਬਹੁਤ ਆਵਾਜ਼ਾਂ ਆਈਆਂ, ਸੰਖ ਵੱਜੇ। ਬਾਦ ਤੇ ਅਪਰ ਵੱਜੇ ਤਿਸ ਕਾਲਾ, ਹੋਰ ਬਾਜੇ ਜਿਹੜੇ ਹੈ ਉਹ ਵੀ ਉਸ ਸਮੇਂ ਵੱਜ ਰਹੇ ਹਨ। ਰਹਿ ਕੋਠਰੀ ਮਹਿ ਗੁਰ ਸਦਾ, ਗੁਰੂ ਸਾਹਿਬ ਜੀ ਇਸ ਕੋਠੜੀ ਵਿੱਚ ਹਮੇਸ਼ਾ ਰਹਿੰਦੇ। ਗਮਨਹਿ ਸਦਨ ਆਪਣੇ ਕਦਾ, ਕਦੇ ਕਦੇ ਮਹਾਰਾਜ ਆਪਣੇ ਘਰ ਸਥਾਨ ਜਿੱਥੇ ਸੀ ਨਿਜ ਘਰ ਸੀ ਉੱਥੇ ਜਾਂਦੇ। ਤੇ ਸਥਾਨ ਲੈ ਕਰ ਜਬ ਗਏ, ਜਦੋਂ ਕੋਠੜੀ ਸਾਹਿਬ ਵਿੱਚ ਲੈ ਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗਏ ਹਨ। ਸੁਠ ਪਰਿਅੰਕ ਤਬ ਡਾਸਤ ਭਏ, ਸੋਹਣਾ ਸੁੰਦਰ ਫਿਰ ਪਲੰਘ ਡਾਇਆ ਹੈ। ਸੇਜ ਬੰਦ ਗੁੰਫੈ ਬੜ ਜਰੀ, ਫਿਰ ਸੇਜਾ ਵਿਛਾਈ ਗਈ। ਸੇਜ ਬੰਦ ਗੁੰਫੈ ਔਰ ਵੱਡਾ ਜਰੀ ਦੇ ਜਿਹੜੇ ਸੋਹਣਾ ਸੁੰਦਰ ਵਿਛਾਈ ਸੀ, ਪਾਵਿਆਂ ਨੂੰ ਚਾਰੇ ਪਾਸਿਆਂ ਤੋਂ ਬੰਨ ਲਿਆ ਜਾਂਦਾ ਸੀ। ਉਹ ਬਹੁਤ ਸੋਹਣੀਆਂ ਡੋਰਾਂ ਹੁੰਦੀਆਂ। ਸੁੰਦਰ ਫੁੱਲਨ ਮਾਲਾ ਧਰੀ, ਸੋਹਣੀਆਂ ਸੁੰਦਰ ਫੁੱਲਾਂ ਦੀਆਂ ਮਾਲਾ ਧਰੀਆਂ ਹਨ। ਤਹਾਂ ਨਿਵਾਸ ਗ੍ਰੰਥ ਕੋ ਕੀਨੋ, ਉਸ ਪਲੰਘ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਵਾਸ ਕੀਤਾ ਹੈ। ਸ੍ਰੀ ਗੁਰ ਭੂਤਲ ਨਿਕਟ ਅਸੀਨੋ, ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਭਾਈ ਕੋਲ ਧਰਤੀ ਦੇ ਉੱਤੇ ਆਪਣਾ ਆਸਣ ਲਾਇਆ ਹੈ। ਤਾ ਦਿਨ ਤੇ ਗੁਰ ਸਦਨ ਨ ਗਏ, ਉਸ ਤੋਂ ਬਾਅਦ ਫਿਰ ਮਹਾਰਾਜ ਆਪਣੇ ਘਰ ਨਹੀਂ ਗਏ। ਰਾਤ
ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੇਠਾਂ ਆਸਣ ਲਾ ਕੇ ਗੁਰਤਾ ਗੱਦੀ ਦੇ ਮਾਲਕ ਨੇ, ਫਿਰ ਵੀ ਭਾਈ ਪੋਥੀ ਪਰਮੇਸ਼ਰ ਕਾ ਥਾਨ ਮਹਾਰਾਜ ਨੇ ਬਚਨ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਨਾ ਸਤਿਕਾਰ ਕੇ ਫਿਰ ਮੁੜ ਕੇ ਮਹਾਰਾਜ ਘਰ ਨਹੀਂ ਗਏ, ਉੱਥੇ ਹੀ ਆਰਾਮ ਕਰਨਾ। ਕੋਲ ਹੇਠਾਂ ਆਸਣ ਲਾ ਲੈਂਦੇ ਸੀ। ਉਸ ਦਿਨ ਤੋਂ ਸਦਨ ਕਹੀਏ ਘਰ ਨਹੀਂ ਗਏ। ਰੈਨ ਦਿਵਸ ਸੰਗ ਗ੍ਰੰਥ ਬਿਤਏ, ਰਾਤ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੀ ਬਤੀਤ ਕਰਦੇ। ਇਤ ਸ੍ਰੀ ਗ੍ਰੰਥ ਸਾਹਿਬ ਕੀ ਕਥਾ। ਇਸ ਤਰ੍ਹਾਂ ਇਧਰ ਭਾਈਏ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿ ਕਿਵੇਂ ਗੁਰਬਾਣੀ ਕੱਤਰ ਹੋਈ, ਕਿਵੇਂ ਲਿਖਤ ਹੋਈ, ਕਿਸ ਤਰ੍ਹਾਂ ਦੇਖੋ ਜਲਦ ਬੰਨੀ, ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਮਰਜ਼ਾਦਾ ਪਾਠਾਂ ਦੀ ਮਰਜ਼ਾਦਾ, ਸੋਖਾਸਣ ਪ੍ਰਕਾਸ਼ ਦੀ ਸਾਰੀ ਇਹ ਭਾਈ ਕਥਾ ਇਤ ਸ੍ਰੀ ਗ੍ਰੰਥ ਸਾਹਿਬ। ਇੱਥੇ ਤੱਕ ਸੰਤ ਰੇਣ ਜੀ ਕਹਿੰਦੇ ਭਾਈ ਇਹ ਕਥਾ ਇਤੀ ਹੋ ਗਈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕਥਾ ਸੀ ਉਹ ਸਾਰੀ। ਭਈ ਜਥਾ ਉਚਰੀ ਮੈਂ ਤਥਾ, ਇਹ ਜਿਸ ਤਰ੍ਹਾਂ ਹੋਈ ਹੈ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਭਾਈ ਗੁਰਮੁਖੋ ਉਸ ਤਰ੍ਹਾਂ ਅਸੀਂ ਉਚਾਰੀ ਹੈ। ਸੁਨਤ ਪਠਤ ਚਿਤ ਬਾਂਛਤ ਦਾਤਾ, ਜਿਹੜਾ ਵੀ ਕੋਈ ਸੁਣੇਗਾ ਪੜ੍ਹੇਗਾ ਉਹ ਭਾਈ ਜਿਹੜੀ ਵੀ ਕੋਈ ਦਾਤ ਚਿੱਤ ਵਿੱਚ ਬਾਂਛੇ ਭਾਵ ਚਾਹੇਗਾ। ਗੁਰ ਪਗ ਰਤ ਤੇ ਆਤਮ ਗਿਆਤਾ, ਉਹ ਗੁਰੂ ਚਰਨਾਂ ਚੋਂ ਪ੍ਰਾਪਤ ਕਰ ਲਵੇਗਾ। ਗੁਰੂ ਚਰਨਾਂ ਨਾਲ ਪ੍ਰੇਮ ਵਧੇਗਾ, ਆਤਮ ਗਿਆਨ ਦੀ ਪ੍ਰਾਪਤੀ ਹੋਵੇਗੀ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਇਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪੰਚਮ ਮਹੱਲੇ ਜੋ ਪੰਜਵੇਂ ਮਹੱਲੇ ਦੀ ਇਹ ਕਥਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਸਥਾਪਨ ਮਹਾਤਮ ਸੰਪੂਰਨ ਪ੍ਰਸੰਗ ਵਰਣਨ। ਇੱਥੇ ਤੱਕ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਪਨ ਮਹਾਤਮ ਕੀ ਹੈ, ਪਾਠ ਮਰਜ਼ਾਦਾ ਕੀ, ਇਹ ਸਾਰਾ ਪ੍ਰਸੰਗ ਸੰਪੂਰਨ ਵਰਣਨ ਕੀਤਾ ਹੈ। ਨਾਮ 29 ਸਮੂਹ ਮੰਦਰ ਹੈ। ਇਹ ਭਾਈ 29ਵੇਂ ਘਰ ਦਾ ਪ੍ਰਸੰਗ ਹੈ। ਦੋਹਰਾ ਅੱਗੇ 30ਵੇਂ ਘਰ ਦਾ ਪ੍ਰਸੰਗ ਦੱਸ ਰਹੇ ਹਨ। ਸ੍ਰੀ ਹਰਿਗੋਬਿੰਦ ਸਾਹਿਬ ਕੀ ਵਿਆਹ ਕਥਾ ਅਬ ਹੋਏ, ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋ ਵਿਆਹ ਦੀ ਕਥਾ ਹੈ ਉਹ ਹੁਣ ਕਹਿੰਦੇ ਹੋਵੇਗੀ, ਉਹ ਦੱਸ ਰਹੇ ਹਾਂ। ਜਾ ਮਹਿ ਹੇਤੂ ਬ੍ਰਿੰਦ ਹੈ, ਸੁਨੋ ਸੰਤ ਅਬ ਸੋਏ। ਇਹਦੇ ਵਿੱਚ ਬਹੁਤ ਹੇਤੂ ਹਨ ਕਿ ਕਿਵੇਂ ਹੋਇਆ, ਕਿਵੇਂ ਪ੍ਰੇਮ ਵਾਲੇ ਉਹ ਸਾਰੇ ਹੈ ਸੰਤ ਜਨੋ ਗੁਰਮੁਖੋ ਭਾਈ ਹੁਣ ਸੁਣ ਲਵੋ। ਚੌਪਈ ਪਿੰਡ ਰੋਹੇਲੇ ਚੰਦੂ ਨਾਮ, ਰੋਹੇਲੇ ਪਿੰਡ ਦਾ ਇੱਕ ਚੰਦੂ ਨਾਮ ਦਾ ਵਿਅਕਤੀ ਹੈ। ਲਾਲ ਸ਼ਾਹੀ ਖੱਤਰੀ ਵੱਡ ਧਾਮ, ਚੰਦੂ ਲਾਲ ਇਹਦਾ ਨਾਂ ਹੈ। ਸ਼ਾਹੀ ਖੱਤਰੀ ਹੈ, ਬਾਦਸ਼ਾਹ ਦਾ ਨੌਕਰ ਹੈ। ਵੱਡਾ ਇਹਦਾ ਭਾਈ ਘਰ ਹੈ। ਦਿੱਲੀ ਪਾਤਸ਼ਾਹੇ ਜਹਾਂਗੀਰ, ਜੋ ਮੌਕੇ ਦਾ ਦਿੱਲੀ ਦਾ ਬਾਦਸ਼ਾਹ ਹੈ ਜਹਾਂਗੀਰ। ਭਇਓ ਤਾਹੇ ਕੋ ਅਦਕ ਵਜ਼ੀਰ, ਉਸ ਦਾ ਇਹ ਚੰਦੂ ਲਾਲ ਵੱਡਾ ਜਿਹੜਾ ਵਜ਼ੀਰ ਸੀ। ਤਿਸ ਘਰ ਸੁਤਾ ਸਾਕ ਤਹਿ ਚਾਇਓ, ਉਹਦੇ ਘਰ ਲੜਕੀ ਹੈ ਤੇ ਉਹਦਾ ਸਾਕ ਹੁਣ ਕਰਨਾ ਚਾਹਿਆ। ਪ੍ਰੋਹਤ ਕੁਲ ਕੋ ਨਿਕਟ ਬੁਲਾਇਓ, ਜਿਹੜਾ ਕੁਲ ਪ੍ਰੋਹਤ ਹੈ ਬ੍ਰਾਹਮਣ ਉਹਨੂੰ ਕੋਲ ਸੱਦਿਆ ਹੈ। ਕਹਿਓ ਪ੍ਰੋਹਤ ਜੀ ਸੁਤਾ ਮਹਾਨੀ, ਕਹਿਣ ਲੱਗਿਆ ਚੰਦੂ ਲਾਲ ਹੈ ਪ੍ਰੋਹਤ ਜੀ ਮੇਰੀ ਜੋ ਮਹਾਨ ਬਹੁਤ ਚੰਗੀ ਸਿਆਣੀ ਪੁੱਤਰੀ ਹੈ। ਕਰੋ ਸਗਾਈ ਇਸ ਭਲ ਥਾਨੀ, ਇਹਦੀ ਕੋਈ ਭਲੇ ਥਾਂ ਤੇ ਹੁਣ ਸਗਾਈ ਕਰ ਦੇਵੋ। ਘਰ ਵਾਰ ਧਨ ਹੋਵੇ ਜਹ ਪਾਹੀ, ਸੋਹਣਾ ਘਰ ਹੋਵੇ, ਸੋਹਣਾ ਵਰ ਹੋਵੇ, ਚੰਗਾ ਧਨ ਹੋਵੇ ਜਿਨ੍ਹਾਂ ਕੋਲ।
देख ताहे तुम करो सगाही। है कुल पुरोहित ऐसी जगह वेख करके तू सगाई कर दे। सत बचन कह दिज तब गबना। ताऊ ब्राह्मण सत बचन कह के चलिया है। फिरियो देश बहु जित कित रवना। जिथे किथे भी गया बहुत इलाका आला दुआला घुमिया फिरिया। कित वार है तो धन कुल नाही। किते ਵਾਰ ਚੰਗਾ ਮਿਲ ਜਾਣਾ ਤਾਂ ਧਨ ਨਾ ਹੋਣਾ, ਜੇ ਧਨ ਹੋਈ ਹੋਣਾ ਕਿਤੇ ਕੁੱਲ ਨਾ ਚੰਗੀ ਹੋਣੀ। ਇਸ ਤਰ੍ਹਾਂ ਜੇ ਘਰ ਕੁੱਲ ਤੋਂ ਵਾਰ ਤਹਿ ਨਾਹੀ। ਜੇ ਘਰ ਚੰਗਾ ਕੁੱਲ ਚੰਗੀ ਹੋਣੀ ਤਾਂ ਵਾਰ ਨਾ ਚੰਗਾ ਹੋਣਾ। ਆਸ ਬਹੁ ਫਿਰੇ ਸੁਧਾ ਸਾਰੇ ਆਈ। ਇਸ ਤਰ੍ਹਾਂ ਫਿਰਦਾ ਫਿਰਦਾ ਫਿਰੇ ਭਾਈ ਸ੍ਰੀ ਅੰਮ੍ਰਿਤਸਰ ਪਹੁੰਚਿਆ। ਸ੍ਰੀ ਸਤਿਗੁਰ ਦਰਸੇ ਤਿਨ ਆਏ। ਇਹਨਾਂ ਆ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ। ਸ੍ਰੀ ਹਰਿਮੰਦਰ ਗੁਰੂ ਬਿਰਾਜੇ। ਗੁਰੂ ਅਰਜਨ ਦੇ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬਿਰਾਜਮਾਨ ਨੇ। ਇੰਦਰਪੁਰੀ ਦੇਖਤ ਜਹ ਲਾਜੇ। ਜਿਹਨੂੰ ਦੇਖ ਕਰਕੇ ਇੰਦਰਪੁਰੀ ਵੀ ਸ਼ਰਮਸ਼ਾਰ ਹੁੰਦੀ। ਹਰ ਗੋਬਿੰਦ ਢਿੱਗ ਸੋਭਾ ਪਾਏ। ਕੋਲ ਭਾਈ ਬਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠੇ ਸੋਭਾ ਪਾ ਰਹੇ ਹਨ। ਦਰਸ਼ਨ ਤੇ ਨਰ ਇੱਛ ਪੁਰਾਏ। ਜਿਹੜੇ ਦਰਸ਼ਨ ਕਰਦੇ ਹਨ ਪ੍ਰਾਣੀ ਉਹਨਾਂ ਦੀਆਂ ਇੱਛਾਵਾਂ ਸਤਿਗੁਰੂ ਪੂਰੀਆਂ ਕਰਦੇ ਨੇ। ਕਰ ਡੰਡੌਤ ਪੰਡਤ ਬਹਿ ਗਇਓ। ਪੰਡਤ ਜਿਹੜਾ ਸੀ ਡੰਡੌਤ ਕਰਕੇ ਸਤਿਗੁਰੂ ਨੂੰ ਬੈਠ ਗਿਆ। ਸਭ ਬਿਰਤਾਂਤ ਗੁਰ ਪੁੱਛਨ ਕਇਓ। ਤੇ ਸਾਰਾ ਬਿਰਤਾਂਤ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ ਕਿ ਕਿਵੇਂ ਆਏ ਹੋ। ਤਬ ਦਿਜ ਬਿਨਤੀ ਗੁਰਹਿ ਸੁਨਾਈ। ਤਦ ਭਾਈਓ ਬ੍ਰਾਹਮਣ ਨੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਬੇਨਤੀ ਕੀਤੀ। ਦਿੱਲੀ ਤੇ ਮੋਹੇ ਚੰਦ ਪਠਾਈ। ਮਹਾਰਾਜ ਮੈਨੂੰ ਦਿੱਲੀ ਤੋਂ ਭੇਜਿਆ ਚੰਦੂ ਲਾਲ ਸ਼ਾਹੀ ਵਜ਼ੀਰ ਹੈ ਬਾਦਸ਼ਾਹ ਦਾ। ਉਸਨੇ ਮੈਨੂੰ ਭੇਜਿਆ ਹੈ। ਵਾਰ ਘਰ ਦੇਖਣ ਕੋ ਮੈਂ ਆਇਓ। ਮੈਂ ਮਹਾਰਾਜ ਉਹਦੀ ਲੜਕੀ ਦੇ ਵਾਸਤੇ ਵਰ ਭਾਲਦਾ ਇਧਰ ਉਧਰ ਜਾਂਦਾ ਹੋਇਆ ਚੰਗਾ ਘਰ-ਬਾਰ ਵੇਖਣ ਵਾਸਤੇ ਆਇਆ ਹਾਂ। ਸ਼ਹਿਜ਼ਾਦੋ ਰਾਬਰ ਮਨ ਪਾਇਓ। ਇੱਥੇ ਆ ਕੇ ਮੈਂ ਸਾਰਾ ਕੁਝ ਪੁੱਛਿਆ ਪੜਤਾਲਿਆ ਹੈ। ਸਭ ਜੋ ਹੈ ਉਸ ਤਰ੍ਹਾਂ ਠੀਕ ਹੈ। ਇਹ ਸਾਰਾ ਕੁਝ ਜੋ ਚੰਦੂ ਦੇ ਮਨ ਦੀ ਇੱਛਾ ਸੀ ਉਹ ਸਾਰੀ ਹੈ। ਧਨ ਇੱਥੇ ਵਾਧੂ ਆ ਰਿਹਾ ਹੈ। ਕੁੱਲ ਵੀ ਖੱਤਰੀਆਂ ਚ ਉੱਚੀ ਹੈ। ਸੋਢੀ ਕੁੱਲ ਹੈ। ਔਰ ਗੁਰੂ ਹਰਗੋਬਿੰਦ ਸਾਹਿਬ ਕੱਦ ਕਾਠ ਲੰਮਾ ਸੋਹਣਾ ਸੁਨੱਖਾ ਸਰੀਰ ਹੈ। ਚਿਹਰਾ ਮੋਹਰਾ ਹੈ। ਸਾਰਾ ਕੁਝ ਉਹਨੇ ਆਪਣੇ ਹਿਸਾਬ ਨਾਲ ਸਾਰਾ ਕੁਝ ਦੇਖਿਆ ਕਿ ਮਹਾਰਾਜ ਸ਼ਹਿਜ਼ਾਦੋ ਰਾਵਰ ਮਨ ਭਾਇਓ। ਰਾਵਰ ਕਹੀਏ ਤੁਹਾਡਾ ਸ਼ਹਿਜ਼ਾਦਾ ਸਾਡੇ ਮਨ ਨੂੰ ਭਾਇਆ ਹੈ। ਮੁਝ ਦਿਸ ਤੇ ਅਬ ਭਈ ਸਗਾਈ। ਮਹਾਰਾਜ ਮੇਰੇ ਵੱਲੋਂ ਤੇ ਹੁਣ ਇਹ ਜਾਣੋ ਕਿ ਸਗਾਈ ਹੋ ਗਈ। ਮੈਂ ਅਬ ਜਾਵੋ ਸ਼ਗਨ ਲਿਆਈ। ਮੈਂ ਮਹਾਰਾਜ ਹੁਣ ਵਾਪਸ ਜਾਵਾਂਗਾ ਤੇ ਜਾ ਕੇ ਸ਼ਗਨ ਲਿਆਵਾਂਗਾ ਚੰਦੂ ਦੇ ਘਰ ਤੋਂ। ਕਹਿ ਘਰ ਗੁਰੂ ਫਕੀਰ ਗਰੀਬ ਫਕੀਰਾ। ਕਹਿ ਘਰ ਗੁਰੂ ਗਰੀਬ। ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਘਰ ਹੈ ਨਾ ਗੁਰੂ ਨਾਨਕ ਦੇ ਪਾਤਸ਼ਾਹ ਦਾ ਘਰ, ਇਹ ਤਾਂ ਨਿਮਰਤਾ ਵਾਲਾ ਗਰੀਬ ਫਕੀਰਾਂ ਦਾ ਘਰ ਹੈ। ਚੰਦੂ ਸ਼ਾਹ ਬਹੁਤ ਘਰ ਵੀਰਾ। ਤੇ ਮਹਾਰਾਜ ਕਹਿੰਦੇ ਜਿਹੜਾ ਚੰਦੂ ਹੈ ਨਾ ਉਹ ਬਹੁਤ ਗਰਬੀਰਾ। ਉਹ ਚੰਗਾ ਉੱਚਾ ਹੈ, ਵੱਡਾ ਹੈ। ਗਰਬੀਰਾ ਦਾ ਭਾਵ ਇਹ ਵੀ ਹੈ ਵੀ ਉਹ ਵੱਡਾ ਜਿਹੜਾ ਹੈ ਅਹੁਦੇਦਾਰ ਹੈ ਚੰਦੂ ਤੇਰਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਠੀਕ ਨਹੀਂ ਲੱਗਦਾ ਵੀ ਆ ਸਾਡਾ ਤਾਂ ਇਹ ਤਾਂ ਕੋਈ ਅਮੀਰ ਨਹੀਂ, ਇਹ ਤਾਂ ਸੰਗਤ ਦਾ ਧਨ ਆਉਂਦਾ ਹੈ, ਸੰਗਤ ਦੇ ਵਾਸਤੇ ਲੱਗਦਾ ਹੈ।
ਇਹ ਤਾਂ ਸਾਡਾ ਫਕੀਰਾਂ ਦਾ ਘਰ ਹੈ, ਗੁਰੂ ਨਾਨਕ ਦੇ ਪਾਤਸ਼ਾਹ ਦਾ ਦਰ ਘਰ। ਇੱਥੇ ਤਾਂ ਨਿਮਰਤਾ ਭਾਵ ਵਾਲਿਆਂ ਨੂੰ ਥਾਂ ਹੈ ਤੇ ਗਰੀਬੀ ਗਦਾ ਹਮਾਰੀ ਹੈ। ਚੰਦੂ ਸ਼ਾਹ ਬਹੁਤ ਗਰਬੀਰਾ, ਤੇਰਾ ਚੰਦੂ ਸ਼ਾਹ ਤਾਂ ਬੜਾ ਗਰਬ ਵਾਲਾ ਹੈ। ਆਨ ਬਾਨ ਬਾਤ ਹਮੈ ਦਰਸਾਵੇ, ਤੂੰ ਇਹ ਕਹਿ ਚੱਲੇ ਪਰ ਸਾਨੂੰ ਤਾਂ ਇਹ ਗੱਲ ਅਣਬਣ ਜੀ ਲੱਗਦੀ ਹੈ। ਆਗੇ ਜਸ ਤੁਮਰੇ ਮਨ ਆਵੇ, ਅੱਗੇ ਭਾਈ ਜਿਵੇਂ ਤੇਰੇ ਮਨ ਵਿੱਚ ਆਉਂਦਾ ਹੈ ਤਾਂ ਠੀਕ ਹੈ। ਕਹਿ ਦਿਜ ਉਨ ਤੋ ਧਰਮ ਕਰਾਇਓ, ਕਿਉਂ ਜਿਹੜਾ ਬ੍ਰਾਹਮਣ ਸੀ ਕਹਿਣ ਲੱਗਿਆ ਜੀ ਮੈਂ ਉਹਨਾਂ ਤੋਂ ਇਹ ਧਰਮ ਨੇਮ ਕਰਾ ਲਿਆ ਹੈ। ਹਮ ਜਸ ਕਰੈ ਨ ਸਕੈ ਹਟਾਇਓ, ਇਹ ਮੈਂ ਕਹਿ ਕੇ ਤੁਰਿਆ ਵੀ ਮੈਂ ਜਿੱਥੇ ਕਰ ਦਿੱਤਾ ਕੋਈ ਹਾਂ ਕਰਤੀ ਉਹ ਹਟਾ ਨਹੀਂ ਸਕੇਗਾ ਫਿਰ ਤੂੰ। ਪਹਿਲੇ ਜ਼ਮਾਨੇ ਵਿੱਚ ਐਸਾ ਹੀ ਹੁੰਦਾ ਸੀ, ਜਿੱਥੇ ਜਿਹੜਾ ਕੁਲ ਪ੍ਰੋਹਤ ਹੁੰਦਾ ਸੀ ਉਹ ਰਿਸ਼ਤਾ ਕਰਿਆਉਂਦਾ ਹੁੰਦਾ ਸੀ, ਉਸ ਤੋਂ ਬਾਅਦ ਉਹਨੂੰ ਬਦਲਦੇ ਨਹੀਂ ਸਨ। ਇਹੋ ਜਿਹੇ ਵੀ ਰੀਤੀ ਰਿਵਾਜ ਪੁਰਾਤਨ ਸਮੇਂ ਰਹੇ ਹੈ ਕਿ ਜੇ ਕਿਤੇ ਨਾ ਹੋ ਜਾਂਦੀ ਸੀ ਮੁੜ ਕੇ ਉਹ ਲੜਕੀ ਦੀ ਸ਼ਾਦੀ ਨਹੀਂ ਸੀ ਛੇਤੀ ਹੁੰਦੀ। ਇਸ ਤਰ੍ਹਾਂ ਜਿੱਥੇ ਇੱਕ ਵਾਰੀ ਹਾਂ ਹੋ ਗਈ ਫਿਰ ਇਹ ਕੁਲ ਪ੍ਰੋਹਤ ਦੇ ਉੱਤੇ ਸਾਰਾ ਕੁਝ ਛੱਡਿਆ ਹੁੰਦਾ ਸੀ। ਇਸ ਕਰਕੇ ਫਿਰ ਵਿੱਚ ਕੁਝ ਲਾਲਚੀ ਵੀ ਹੋ ਗਏ ਸਨ। ਉਹ ਫਿਰ ਕੁਲ ਪ੍ਰੋਹਤ ਆਪਣੇ ਲਾਲਚਾਂ ਵਾਸਤੇ ਵੀ ਕਈ ਜਗ੍ਹਾ ਐਸਾ ਰਿਸ਼ਤਾ ਕਰੇ ਆਉਂਦੇ ਹੁੰਦੇ ਸੀ। ਇਹ ਆਪਾਂ ਵੇਖਦੇ ਹਾਂ 6ਵੇਂ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਵਿੱਚ ਵੀ ਉਹ ਕਥਾ ਆਉਣੀ ਕਿ ਵੱਡੇ ਘਰ ਪਿੰਡ ਦਾ ਭਾਈ ਆਕਲ ਜੀ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਕੁਲ ਪ੍ਰੋਹਤ ਨੂੰ ਕਹਿਤਾ ਭਾਈ ਕਰਦੀ। ਉਹ ਘੁੰਮਦਾ ਘਮਾਉਂਦਾ ਤੁਕਲਾਣੀਆਂ ਪਿੰਡ ਚਲਿਆ ਗਿਆ ਸੀ ਭਾਈ ਸਾਦੇ ਦੇ ਘਰੇ, ਤੇ ਦੇਖ ਕੇ ਕਿਉਂਕਿ ਉਹ ਭਾਈ ਆਕਲ ਨੇ ਤਾਂ ਕਹਿਤਾ ਵੀ ਦੇਖ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਦਰ ਘਰ ਤੋਂ ਸਿੱਖੀ ਧਾਰਨ ਕੀਤੀ ਹੈ, ਕੋਈ ਧਰਮੀ ਪਰਿਵਾਰ ਹੋਵੇ ਰੱਬ ਨੂੰ ਮੰਨਣ ਵਾਲਾ ਉਹੇ ਜੇ ਘਰ ਕੋਈ ਰਿਸ਼ਤਾ ਕਰੀ। ਹੁਣ ਉਹ ਜਿਹੜਾ ਸੀ ਉਹਨੇ ਦੇਖਿਆ ਕਿ ਹੁਣ ਹਰ ਇੱਕ ਨੂੰ ਨਹੀਂ ਨਾ ਸਮਝ ਗੁਰਮਤ ਦੀ ਕਿ ਗੁਰਮਤ ਅਵਸਥਾ, ਦੇਖ ਦੂਖ ਕੇ ਜੇ ਆਪਦਾ ਅੰਦਾਜ਼ਾ ਸਹੀ ਲਾ ਲਿਆ। ਤੁਕਲਾਣੀਏ ਪਿੰਡ ਭਾਈ ਸਾਦੇ ਦੇ ਪੁੱਤਰ ਭਾਈ ਸਾਧੂ ਨਾਲ ਰਿਸ਼ਤਾ ਕਰਤਾ ਤੇ ਜਦੋਂ ਫਿਰ ਸਾਰਾ ਕੁਝ ਦੱਸਤਾ ਜੀ ਕਰਿਆ, ਬਰਾਤ ਆਈ, ਉਹ ਰੰਗ ਢੰਗ ਦੇਖੇ ਭਾਈ ਆਕਲ ਨੇ ਕਿ ਇਹ ਤਾਂ ਸਿੱਖ ਨਹੀਂ ਹਨ, ਇਹ ਤਾਂ ਹੋਰ ਹੀ ਨੇ। ਤੇ ਉਹ ਕਿਉਂਕਿ ਉਹ ਰੀਤੀ ਰਿਵਾਜ ਉਹੇ ਜੇ ਕਰਨ, ਉਹ ਸੀ ਸਰਵਰੀ ਕਵਰਾਂ ਨੂੰ ਮੰਨਣ ਵਾਲੇ। ਪਰ ਉਹ ਫਿਰ ਦੇਖੋ ਰਿਸ਼ਤਾ ਕੋਈ ਨਾ ਨਹੀਂ ਸੀ ਕੀਤੀ। ਆਪਣੀ ਪੁੱਤਰੀ ਨੂੰ ਕਿਹਾ ਕਿ ਪੁੱਤਰੀ ਗੁਰੂ ਸਾਹਿਬ ਸਮਰੱਥ ਹੈ, ਗੁਰੂ ਮਹਾਰਾਜ ਕਿਰਪਾ ਕਰਨਗੇ, ਆਪੇ ਸਭ ਦਾ ਮਨ ਬਦਲਣਗੇ, ਤੂੰ ਗੁਰਬਾਣੀ ਤੋਂ ਦੂਰ ਨਹੀਂ ਹੋਣਾ, ਗੁਰਬਾਣੀ ਤੋਂ ਨਹੀਂ ਟੁੱਟਣਾ ਹੈ। ਫਿਰ ਉਹ ਬੀਬੀ ਸੂਰਤੀ ਵਿਆਹ ਕਰਕੇ ਆਈ। 6ਵੇਂ ਪਾਤਸ਼ਾਹ ਦੇ ਭਾਈ ਕੀ ਡਰੋਲੀ ਨਗਰ ਦਰਸ਼ਨ ਕੀਤੇ, ਕਿਵੇਂ ਘਰ ਗਈ, ਕਿਵੇਂ ਉਹ ਪਰਿਵਾਰ ਦੇਖੋ ਮਹਾਰਾਜ ਦੀ ਸਿੱਖੀ ਬਾਣੀ ਵੱਲ ਆ ਗਿਆ ਤੇ ਇੰਨੇ ਬਾਣੀ ਨਾਲ ਜੁੜੇ। ਫਿਰ ਪੁੱਤਰ ਪੈਦਾ ਹੋਇਆ, ਗੁਰੂ ਹਰਗੋਬਿੰਦ ਸਾਹਿਬ ਨੇ ਉਹਦਾ ਨਾਂ ਭਾਈ ਰੂਪਾ ਰੱਖਿਆ ਤੇ ਫਿਰ ਸਾਰਾ ਪਿੰਡ ਨੇ ਉਹਨਾਂ ਦਾ ਭਾਂਡਾ ਤਿਆਗਤਾ ਸੀ। ਤੁਕਲਾਣੀਆਂ ਪਿੰਡ ਨੇ ਇਹ ਤਾਂ ਇਧਰੋਂ ਹਟ ਗਏ ਨੇ, ਕਬਰ ਜੀ ਢਾਤੀ ਹੈ ਮੜੀ ਉਹਦੀ, ਹੁਣ ਤੇ ਮਹਾਰਾਜ ਨੂੰ ਮੰਨਣ ਲੱਗ ਗਏ। ਪਿੰਡ ਵਾਲਿਆਂ ਨੇ ਬੁਲਾਉਣਾ ਚਲਾਉਣਾ ਛੱਡ ਦਿੱਤਾ। ਤਰਖਾਣ ਪਰਿਵਾਰ ਸੀ ਤੇ ਇਹ ਫਿਰ ਖੇਤਾਂ 'ਚੋਂ ਕੰਮ ਕਰਦੇ, ਲੱਕੜਾਂ ਲੁੱਕੜਾਂ ਉਹਨਾਂ ਸਮਿਆਂ 'ਚ ਲਿਆ ਕੇ ਪੁਰਾਣੇ ਜਿਹੜੇ ਤਰਖਾਣੀ ਕੰਮ ਹੁੰਦੇ ਸਨ ਤੇ ਉਹ ਲਿਆਉਣੀਆਂ, ਹੋਰ ਕਰਨਾ, ਇਹੋ ਜਿਹਾ ਕਾਰਜ ਕਰਦੇ ਸੀ। ਤੇ ਦੁਪਹਿਰ ਦਾ ਸਮਾਂ, ਗਰਮੀ, ਲੋ ਚੱਲੇ, ਪਿਆਸ ਲੱਗੀ। ਜਦੋਂ ਭਾਈ ਸਾਧੂ ਜਲ ਛਕਣ ਲੱਗਿਆ ਉਹਦੇ ਮਨ 'ਚ ਫੁਰਨਾ ਆ ਗਿਆ, ਇਹ ਤਾਂ ਪਾਣੀ ਬਹੁਤ ਠੰਡਾ ਹੈ, ਕਿਤੇ 6ਵੇਂ ਪਾਤਸ਼ਾਹ ਮਹਾਰਾਜ ਹੁੰਦੇ ਕੋਲ ਉਹਨਾਂ ਨੂੰ ਛਕਾਉਂਦੇ, ਮਹਾਰਾਜ ਪ੍ਰਸੰਨ ਹੁੰਦੇ। ਇਉਂ ਕਹਿ ਕੇ ਵਾਪਸ ਮੁੜ ਗਿਆ, ਛਕਿਆ ਨਹੀਂ। ਮਸ਼ਕ ਜੀ ਦਰਖਤ ਨਾਲ ਟੰਗੀ ਹੋਈ ਹੈ। ਤੇ ਭਾਈ ਰੂਪਾ ਉਦੋਂ ਤਾਂ ਬੱਚਾ ਸੀ, ਉਹ ਆਇਆ, ਉਹਦੇ ਵੀ ਮਨ 'ਚ ਇਹੀ ਫੁਰਨਾ ਕਿ ਗੁਰੂ ਹਰਗੋਬਿੰਦ ਸਾਹਿਬ ਇੰਨਾ ਠੰਡਾ ਜਲ ਛਕਦੇ, ਮਹਾਰਾਜ ਹੁੰਦੇ ਛਕਾਉਂਦੇ, ਗੁਰੂ ਸਾਹਿਬ ਦੀ ਪ੍ਰਸੰਨਤਾ ਲੈਂਦੇ, ਉਹਨੇ ਮਨਾ ਪੀਤਾ। ਇਉਂ ਵਾਪਸ ਮੁੜਿਆ। ਐਸੀ ਹਾਲਤ ਗਰਮੀ 'ਚ ਬੇਹੋਸ਼ੀ ਹੋ ਗਈ
30 ਕੋ ਦੇਖੋ ਮਹਾਰਾਜ ਇੱਥੋਂ ਫਿਰ ਭਾਈ ਕੀ ਡਰੋਲੀ ਤੋਂ ਘੋੜਾ ਦੜਾਇਆ। ਭਾਈ ਵਿਧੀ ਚੰਦ ਵਰਗੇ ਗੁਰਸਿੱਖਾਂ ਨੂੰ ਕਿਹਾ ਭਾਈ ਅਸੀਂ ਜਾਣਾ, ਤੁਸੀਂ ਬਾਅਦ ਚ ਆ ਜਾਓ। ਬਹੁਤ ਤੇਜ਼ ਮਹਾਰਾਜ ਘੋੜਾ ਦੜਾ ਕੇ ਉੱਥੇ ਪਹੁੰਚੇ ਤੁਕਲਾਣੀਏ, ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਦਰਸ਼ਨ ਦਿੱਤੇ। ਉਹ ਜਲ ਦੇ ਛੱਟੇ ਮਾਰੇ ਮੁੱਖ ਦੇ ਉੱਤੇ, ਔਰ ਜਿਹੜਾ ਹੈ ਤੇ ਇਹਨਾਂ ਨੂੰ ਹੋਸ਼ ਆਈ। ਫਿਰ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਕਿੱਡੀ ਕਿਰਪਾ ਕੀਤੀ। ਤੋ ਕਹਿਣ ਦਾ ਭਾਵ ਇਹ ਹੈ ਕਿ ਆਪਾਂ ਗੱਲ ਕਰਦੇ ਸੀ, ਇੱਕ ਵਾਰੀ ਸਾਰੀ ਸੰਗਤ ਆਖੋ ਸਤਨਾਮ, ਫਿਰ ਆਖੋ ਜੀ ਸਤਨਾਮ। ਤੋ ਹਾਂ, ਗੱਲ ਕਰ ਰਹੇ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਫਿਰ ਮਹਾਰਾਜ ਨੂੰ ਉਹਨਾਂ ਬੇਨਤੀ ਕੀਤੀ ਕਿ ਮਹਾਰਾਜ ਜੀ ਇਹ ਨਗਰ ਵਾਲਿਆਂ ਨੇ ਸਾਡੇ ਨਾਲ ਜਿਹੜਾ ਹੈ ਸਾਂਝ ਖਤਮ ਕੀਤੀ ਹੋਈ ਹੈ। ਮਹਾਰਾਜ ਨੇ ਕਿਹਾ ਵੀ ਜਿਹੜੇ ਨਗਰ ਨੇ ਮੇਰੇ ਸਿੱਖਾਂ ਨਾਲ ਸਾਂਝ ਖਤਮ ਕਰਤੀ, ਉਹ ਨਗਰ ਕਾਹਦਾ ਹੈ, ਉਹ ਨਗਰ ਨਹੀਂ ਰਹਿਣਾ। ਉੱਥੋਂ ਤੀਰ ਚਲਾਇਆ ਤੇ ਫਿਰ ਜਿੱਥੇ ਆ ਕੇ ਡਿੱਗਿਆ ਮਹਾਰਾਜ ਕਹਿੰਦੇ ਜਾਓ ਪਿੰਡ ਬੰਨ੍ਹ ਲਓ ਉੱਥੇ। ਇਹ ਭਾਈ ਰੂਪਾ ਫਿਰ ਨਾਂ ਰੱਖਿਆ ਮਹਾਰਾਜ ਨੇ ਆਪ ਹੀ ਕਿ ਪੁੱਤਰ ਦੇ ਨਾਂ ਤੇ ਪਿੰਡ ਰੱਖਣਾ। ਭਾਈ ਰੂਪਾ ਪਿੰਡ ਬੱਧਿਆ ਉਹਨਾਂ ਨੇ। ਮਹਾਰਾਜ ਕਹਿੰਦੇ ਲੰਗਰ ਚੱਲਣਗੇ, ਲੰਗਰਾਂ ਦੇ ਤੁਹਾਡੇ ਲੰਗਰਾਂ ਵਿੱਚ ਗਿੱਲਾ ਬਾਲਣ ਵੀ ਮੱਚਿਆ ਕਰੂਗਾ। ਅੱਜ ਵੀ ਉਹ ਪਰਿਵਾਰ ਦੇਖੋ ਕਿਤੇ ਵੀ ਕਾਰਜ ਹੁੰਦਾ ਉਹਦਿਆਂ ਦੀ ਅੰਸ ਬੰਸ ਬਹੁਤ ਵਧੀ। ਭਾਈ ਰੂਪੇ ਸਾਰਾ ਬਾਗੜੀਆਂ ਇਲਾਕਾ ਕਿੰਨੇ ਫਿਰ ਭਾਈ ਰੂਪੇ ਜੀ ਦੇ ਅੱਗੇ ਪੋਤਰੇ ਪਰਮ ਸਿੰਘ ਧਰਮ ਸਿੰਘ 10ਵੇਂ ਪਾਤਸ਼ਾਹ ਮਹਾਰਾਜ ਤੋਂ ਅੰਮ੍ਰਿਤ ਛਕੇ। ਉਹ ਸਮਾਂ ਗੁਰਮੁਖੋ ਰਿਆਸਤਾਂ ਦੇ ਮਾਲਕ ਬਣ ਗਏ। ਇਹਨਾਂ ਦੀ ਹੋਈ ਪਰਿਵਾਰ ਵਿੱਚੋਂ ਬਾਬਾ ਗੁੱਦੜ ਸਿੰਘ ਜੀ ਵਰਗੇ ਬੰਦਗੀ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ ਪੈਦਾ ਹੋਏ। ਬਹੁਤ ਅੰਸ ਬੰਸ ਵਧੀ ਤੇ ਤੁਕਲਾਣੀਆਂ ਪਿੰਡ ਦਾ ਨਾਮੋ ਨਿਸ਼ਾਨ ਮਿਟ ਗਿਆ। ਸਿਰਫ ਇਤਿਹਾਸ ਵਿੱਚ ਰਹਿ ਗਿਆ ਵੀ ਤੁਕਲਾਣੀ ਪਿੰਡ ਹੁੰਦਾ ਸੀ। ਅੱਜ ਕੋਈ ਵੀ ਨਾ ਕਾਗਜ਼ਾਂ 'ਚ ਨਾ ਉਸ ਏਰੀਏ ਚਲੇ ਜਾਓ ਤੁਕਲਾਣੀ ਪਿੰਡ ਨਹੀਂ ਤੁਹਾਨੂੰ ਮਿਲੂਗਾ। ਸਿਰਫ ਨਾਂ ਹੀ ਹੈ ਇਤਿਹਾਸ ਵਿੱਚ। ਕਿ ਐਸਾ ਹੈ ਕਿ ਗੁਰੂ ਦੇ ਸਿੱਖਾਂ ਦੀ ਮਹਾਨਤਾ। ਤੂੰ ਬੇਨਤੀ ਕਰ ਰਹੇ ਸੀ ਕਿ ਇਹੋ ਜਿਹੇ ਸਮੇਂ ਹੁੰਦੇ ਸਨ। ਮਹਾਰਾਜ ਉਹਨਾਂ ਸਮਿਆਂ ਵਿੱਚ ਗੱਲ ਰਿਸ਼ਤੇ ਤੋਂ ਚੱਲੀ ਸੀ ਕਿ ਇਉਂ ਜਿਹੜਾ ਕੁਲ ਪੁਰੋਹਿਤ ਹੁੰਦਾ ਸੀ ਉਹ ਜਿੱਥੇ ਰਿਸ਼ਤਾ ਕਰਿਆਉਂਦਾ ਹੁੰਦਾ ਸੀ ਨਾ ਉੱਥੇ ਹੀ ਉਹਨੂੰ ਪੱਕਾ ਸਮਝਿਆ ਜਾਂਦਾ ਹੁੰਦਾ ਸੀ। ਤੋ ਮਹਾਰਾਜ ਕਹਿੰਦੇ ਭਾਈ ਬਾਕੀ ਤੇਰੇ ਮਨ ਦੀ, ਸਾਨੂੰ ਇਹ ਗੱਲ ਅਣਬਣ ਦਿਸਦੀ ਹੈ। ਅਣਬਣ ਬਾਤ ਹਮੈ ਦਰਸਾਵੇ, ਆਗੇ ਜਸ ਤੁਮਰੇ ਮਨ ਆਵੇ। ਅੱਗੇ ਐ ਕੁਲ ਪੁਰੋਹਿਤ ਭਾਈ ਤੇਰੇ ਜਿਵੇਂ ਮਨ ਵਿੱਚ ਆਵੇ ਕਰ, ਕਹਿ ਦਿਜ ਉਨ ਤੋ ਧਰਮ ਕਰਾਇਓ। ਪੰਡਤ ਕਹਿੰਦਾ ਜੀ ਮੈਂ ਉਹਨਾਂ ਤੋਂ ਇਹ ਧਰਮ ਨੇਮ ਕਰਾਇਆ ਹੈ। ਹਮ ਜਸ ਕਰੈ ਨ ਸਕੈ ਹਟਾਇਓ। ਅਸੀਂ ਜਿਸ ਤਰ੍ਹਾਂ ਕਰ ਦੇਵਾਂਗੇ ਉਹ ਹਟਾ ਨਹੀਂ ਸਕਦੇ, ਮੋੜ ਨਹੀਂ ਸਕਦੇ। ਨਾਮ ਗਰੀਬ ਨਿਵਾਜ ਤੁਮਾਰਾ। ਮਹਾਰਾਜ ਤੁਸੀਂ ਗਰੀਬ ਕਿ ਤੁਸੀਂ ਤਾਂ ਗਰੀਬਾਂ ਨੂੰ ਵੀ ਨਵਾਜਣ ਵਾਲੇ ਹੋ। ਤੁਹਾਡਾ ਨਾਮ ਗਰੀਬ ਨਵਾਜ ਹੈ। ਹਮੈ ਨਿਵਾਜੋ ਗੁਰ ਕਰਤਾਰਾ। ਹੇ ਗੁਰੂ ਕਰਤਾਰ ਪਰਮੇਸ਼ਰ ਜੀ ਸਾਨੂੰ ਵੀ ਕਿਰਪਾ ਕਰਕੇ ਨਿਵਾਜੋ। ਕਹਿ ਗੁਰ ਜੋ ਕਰਨੀ ਕਰਤਾਰ। ਮਹਾਰਾਜ ਕਹਿਣ ਲੱਗੇ ਬਈ ਭਾਈ ਜੋ ਕਰਤਾਰ ਨੇ ਕਰਨਾ ਹੈ ਉਹੀ ਕਰਨਾ ਹੈ। ਪੰਡਤ ਜੀ ਜਸ ਇੱਛ ਤੁਮਾਰ। ਚੰਗਾ ਪੰਡਤ ਜੀ ਜਿਵੇਂ ਭਾਈ ਤੁਹਾਡੀ ਇੱਛਾ ਹੈ। ਗੋਕਲ ਚੰਦ ਪੰਡਤ ਕਰ ਨਮੋ। ਉਸ ਪੰਡਤ ਦਾ ਨਾਂ ਗੋਕਲ ਚੰਦ ਸੀ। ਉਹਨੇ ਨਮਸਕਾਰ ਕੀਤੀ। ਜਾਤ ਭਇਓ ਦਿੱਲੀ ਤੇ ਸਮੋ। ਫਿਰ ਉਸ ਸਮੇਂ ਉਹ ਦਿੱਲੀ ਜਾ ਪਹੁੰਚਿਆ ਹੈ। ਕਿਤਕ ਦਿਵਸ ਮਹਿ ਪਹੁੰਚੋ ਜਾਈ। ਕੁਝ ਦਿਨਾਂ ਵਿੱਚ ਉਹ ਵਾਪਸ ਦਿੱਲੀ ਪਹੁੰਚਿਆ ਹੈ। ਚੰਦੂ ਕੋ ਸਭ ਬਾਤ ਸੁਣਾਈ। ਤਾਂ ਚੰਦੂ ਨੂੰ ਸਾਰੀ ਗੱਲ ਦੱਸ ਦਿੱਤੀ। ਸੁਣ ਚੰਦੂ ਮਨ ਗਰਭ ਅਲਾਇਓ।
ਇਹ ਸੁਣ ਕੇ ਚੰਦੂ ਨੇ ਮਨ ਵਿੱਚ ਹੰਕਾਰ ਕੀਤਾ ਤੇ ਹੰਕਾਰ ਦੇ ਨਾਲ ਇਹ ਬੋਲ ਕਹੇ, ਈਟ ਚੁਬਾਰੇ ਮੋਰੀ ਲਾਇਓ। ਇਹ ਠੀਕ ਹੈ ਪੰਡਤ ਜੋ ਕਰਿਆ ਆ ਕੁਲ ਪ੍ਰੋਹ ਠੀਕ ਹੈ, ਕਹਿੰਦਾ ਪਰ ਤੂੰ ਚੁਬਾਰੇ ਦੀ ਇੱਟ ਮੋਰੀ ਨੂੰ ਲਾਇਆ ਹੈ। ਦੋਹਰਾ ਚੰਦੂ ਮਤ ਮੰਦੂ ਜਬੈ, ਕਹੀ ਬਾਤ ਅਸ ਜਾਨ। ਚੰਦੂ ਮਤ ਮੰਦੂ ਜਬੈ, ਕਹੀ ਬਾਤ ਅਸ ਆਨ। ਜਦੋਂ ਇਹ ਮਤ ਮੰਦੂ ਮਲੀਨ ਮਤ ਵਾਲੇ ਚੰਦੂ ਨੇ ਇਹ ਗੱਲ ਐਸੀ ਬਾਤ ਕਹੀ, ਘਰ ਬਾਹਰ ਸਿੱਖ ਜਾਤ ਥੋ, ਸੁਣ ਲੀਨੀ ਤਿਸ ਕਾਨ। ਕੁਦਰਤੀ ਘਰ ਤੋਂ ਬਾਹਰ ਗੁਰਸਿੱਖ ਜਾਂਦੇ ਸੀ, ਉਹਨਾਂ ਨੇ ਇਹ ਗੱਲ ਸੁਣ ਲਈ ਹੈ। ਚੌਪਈ ਸਭ ਸਿੱਖ ਕੀਨੇ ਤਬ ਇੱਕ ਠਾਏ। ਸਾਰੇ ਸਿੱਖਾਂ ਨੂੰ ਫਿਰ ਇੱਕ ਜਗ੍ਹਾ ਇਕੱਠੇ ਕੀਤਾ ਹੈ। ਚੰਦੂ ਕੋ ਸਭ ਕਹਿਓ ਸੁਨਾਏ। ਜੋ ਭਾਈ ਚੰਦੂ ਨੇ ਕਿਹਾ ਸੀ ਉਹ ਸਾਰਾ ਦੱਸਿਆ ਗੁਰਸਿੱਖਾਂ ਨੂੰ। ਸਿੱਖਾਂ ਨੇ ਸੁਨ ਸਭ ਸਿੱਖਨ ਰਿਸ ਮਨ ਠਾਨੀ। ਤਾਂ ਜਦੋਂ ਸਾਰੇ ਸਿੱਖਾਂ ਨੇ ਸੁਣਿਆ ਕਿ ਸਾਡੇ ਸਤਿਗੁਰੂ ਦੇ ਦਰ ਨੂੰ ਨੀਵਾਂ ਕਹਿੰਦਾ, ਮੋਰੀ ਕਹਿੰਦਾ, ਤੇ ਆਪਦੇ ਆਪ ਨੂੰ ਚੁਬਾਰਾ ਭਾਵੇ ਸੀ, ਮੈਂ ਤੇ ਉਹ ਐਡੇ ਉੱਚੇ ਅਹੁਦੇ ਤੇ ਬੈਠਾ ਤੇ ਉਹ ਇੱਕ ਫਕੀਰ। ਇਹ ਜਦੋਂ ਸੁਣਿਆ ਸਿੱਖਾਂ ਮਨ ਵਿੱਚ ਗੁੱਸਾ ਕੀਤਾ ਹੈ। ਕਹਿਤ ਭਏ ਇਹੋ ਮੂੜ ਗੁਮਾਨੀ। ਕਹਿਣ ਲੱਗੇ ਮੂਰਖ ਹੈ, ਹੰਕਾਰ ਕਰਦਾ ਹੈ। ਲਿਖੋ ਪੱਤਰ ਕਾ ਗੁਰ ਕੇ ਪਾਸ। ਕਿਉਂ ਕਰੋ ਆਪਾਂ ਇਕੱਠੇ ਹੋ ਕੇ ਇੱਕ ਪੱਤਰ ਕਾ ਲਿਖੀਏ, ਗੁਰੂ ਸਾਹਿਬ ਦੇ ਕੋਲ ਭੇਜੀਏ। ਸਾਗ ਸਿਉ ਸਾਕ ਨ ਕਰੈ ਪ੍ਰਕਾਸ਼। ਸਾਗ ਨਾਮ ਕੁੱਤੇ ਦਾ, ਇਹ ਹੰਕਾਰੀ ਕੁੱਤੇ ਦੇ ਨਾਲ ਮਹਾਰਾਜ ਜੀ ਕੋਈ ਪ੍ਰਤੱਖ ਸਾਕ ਸੰਬੰਧ ਨਹੀਂ ਕਰਨਾ। ਆਸ ਗੁਰਮਤਾ ਕੀਨ ਮਿਲ ਸਭੈ। ਇਸ ਤਰ੍ਹਾਂ ਦਾ ਸਾਰਿਆਂ ਨੇ ਇਕੱਠੇ ਹੋ ਕੇ ਗੁਰਮਤਾ ਕੀਤਾ, ਸਲਾਹ ਕੀਤੀ। ਦੂਤੈ ਦੀਨ ਪੱਤਰ ਕਾ ਤਬੈ। ਇੱਕ ਸਿੱਖ ਨੂੰ ਦੂਤ ਜਿਹੜਾ ਪੱਤਰਕਾ ਲੈ ਕੇ ਜਾਣ ਵਾਲਾ ਹੈ, ਉਹ ਚਿੱਠੀ ਪੱਤਰ ਲਿਖ ਕੇ ਉਸ ਨੂੰ ਫੜਾ ਦਿੱਤਾ। ਉਤ ਚੰਦੂ ਦੇ ਜਲੀਨ ਬੁਲਾਏ। ਇਧਰ ਹੁਣ ਚੰਦੂ ਨੇ ਬ੍ਰਾਹਮਣ ਸੱਦ ਲਏ ਹਨ। ਸਗਨ ਦੀਨ ਗੁਰ ਢਿਗ ਪਠਵਾਏ। ਕਿ ਹੁਣ ਰਿਸ਼ਤਾ ਕਰਿਆ ਕੁਲ ਪ੍ਰੋਹਤ, ਮੈਂ ਧਰਮ ਕੀਤਾ ਸੀ ਪਰ ਹੋਇਆ ਤਾਂ ਗਲਤ ਹੈ। ਚੰਦੂ ਕਹਿੰਦਾ ਚੁਬਾਰੇ ਦੀ ਇੱਟ ਲਾਈ ਤਾਂ ਮੋਰੀ ਨੂੰ ਹੈ। ਆਪਦੇ ਹੰਕਾਰ ਚ ਬੋਲ ਵੀ ਜਾਓ ਹੁਣ ਕਰਿਆਓ। ਇਉਂ ਸਗਨ ਦਿੱਤਾ। ਗੁਰੂ ਸਾਹਿਬ ਵੱਲ ਨੂੰ ਬ੍ਰਾਹਮਣ ਭੇਜੇ ਹਨ। ਸਨੇ ਸਨੇ ਮਗ ਉਲੰਘਿਓ ਸਭੈ। ਸਾਰਿਆਂ ਨੇ ਹੌਲੀ ਹੌਲੀ ਰਸਤਾ, ਉਧਰੋਂ ਸਿੱਖ ਵੀ ਤੁਰ ਪਿਆ, ਉਹ ਆਪਦੇ ਰਾਹ ਪਿਆ। ਤੁਰਿਆ ਆਉਂਦਾ ਗੁਰੂ ਸਾਹਿਬ ਵੱਲ ਨੂੰ, ਇਧਰੋਂ ਬ੍ਰਾਹਮਣ ਆਪਦਾ ਸ਼ਗਨ ਲੈ ਕੇ ਤੁਰੇ ਹੋਏ ਹਨ। ਹੌਲੀ ਹੌਲੀ ਸਾਰਾ ਰਸਤਾ ਲੰਘੇ ਨੇ। ਪਹੁੰਚਿਓ ਸੁਧਾ ਸਰੋਵਰ ਤਵੈ। ਤੇ ਇਉਂ ਭਾਈ ਸਿੱਖ ਜਿਹੜਾ ਹੈ ਸੁਧਾ ਸਰੋਵਰ, ਅੰਮ੍ਰਿਤ ਸਰ ਪਹੁੰਚ ਗਿਆ। ਗੁਰ ਪਗ ਕਰੀ ਬੰਦਨਾ ਜਾਹੇ। ਤੇ ਗੁਰੂ ਮਹਾਰਾਜ ਦੇ ਚਰਨੀ ਜਾ ਬੰਦਨਾ ਕੀਤੀ। ਸਿੱਖ ਵੀ ਬ੍ਰਾਹਮਣ ਵੀ ਇਧਰੋਂ ਸ਼ਗਨ ਲੈ ਕੇ ਪਹੁੰਚ ਗਏ ਹਨ। ਜਾ ਨਮਸਕਾਰਾਂ ਕੀਤੀਆਂ। ਸਿੱਖਾਂ ਕੇ ਮਨ ਹਰਖ ਨਾ ਮਾਏ। ਸਿੱਖਾਂ ਦੇ ਮਨ ਵਿੱਚ ਖੁਸ਼ੀ ਨਹੀਂ ਸਮਾਉਂਦੀ ਹੈ। ਲੱਗਿਓ ਦੀਵਾਨ ਭਇਓ ਉਤਸ਼ਾਹ। ਦੀਵਾਨ ਲੱਗਿਆ, ਬਹੁਤ ਜ਼ਿਆਦਾ ਖੁਸ਼ੀ ਉਤਸ਼ਾਹ ਹੋਇਆ। ਹਰ ਗੋਬਿੰਦ ਜੀ ਲੀਨ ਬੁਲਾਹ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਦਿਆ ਹੈ। ਕਰ ਪੰਚਾਮ੍ਰਿਤ ਸ਼ਬਦ ਪੜਾਏ। ਕੜਾਹ ਪ੍ਰਸ਼ਾਦ ਤਿਆਰ ਕੀਤਾ ਹੈ। ਗੁਰਬਾਣੀ ਪੜ੍ਹੀ, ਸ਼ਬਦ ਪੜ੍ਹੇ ਹਨ। ਦੇਹ ਤਿਲਕ ਬਸ ਦੇਰ ਨ ਕਾਏ। ਹੁਣ ਜੋ ਤਿਲਕ ਦੇਣਾ ਹੈ ਸ਼ਗਨ ਦਾ, ਇਸ ਕਰਕੇ ਕੋਈ ਉਹਦੇ ਵਿੱਚ ਦੇਰੀ ਨਹੀਂ।
ਇਤਨੇ ਮਹਿ ਸੋ ਦੂਤ ਪੁਚਾਇਓ। ਜਦੋਂ ਅਜੇ ਤਿਲਕ ਸ਼ਗਨ ਦਾ ਦੇਣਾ ਸੀ, ਉਦੋਂ ਨੂੰ ਉਹ ਜਿਹੜਾ ਦੂਤ ਸਿੱਖ ਹੈ ਉਹ ਵੀ ਪਹੁੰਚ ਗਿਆ। ਜੋ ਸਿੱਖ ਦਿਲ ਵਾਲਨ ਪਠਵਾਇਓ। ਜੋ ਦਿੱਲੀ ਦੀਆਂ ਸੰਗਤਾਂ ਨੇ ਸਿੱਖ ਨੂੰ ਭੇਜਿਆ। ਗੁਰ ਕੋ ਦੀਨ ਪੱਤਰ ਕਾਤਬੈ। ਉਹਨੇ ਨਮਸਕਾਰ ਕੀਤੀ ਤੇ ਗੁਰੂ ਸਾਹਿਬ ਜੀ ਨੂੰ ਪੱਤਰਕਾ ਫੜਾ ਦਿੱਤੀ। ਖੋਲ ਪਠੀ ਜਾਨੀ ਵਿਦ ਸਭੈ। ਜਦੋਂ ਖੋਲ ਕੇ ਪੜ੍ਹੀ ਉਹਦੇ ਵਿੱਚ ਸਾਰਾ ਦੱਸਿਆ ਵੀ ਮਹਾਰਾਜ ਇਹ ਹੰਕਾਰੀ ਦਾ ਸਾਗਦਾ ਰਿਸ਼ਤਾ, ਇਹਦੀ ਲੜਕੀ ਦਾ ਨਾਂ ਲਿਓ। ਇਹਨੇ ਗੁਰੂ ਨਾਨਕ ਦੇਵ ਜੀ ਦੇ ਘਰ-ਦਰ ਨੂੰ, ਸ੍ਰੀ ਹਰਿਮੰਦਰ ਸਾਹਿਬ ਐਸਾ ਵੱਡਾ ਸਥਾਨ, ਇਹਨੂੰ ਨੀਵਾਂ ਕਿਹਾ, ਆਪਣੇ ਆਪ ਨੂੰ ਚਬਾਰਾ ਦੱਸਿਆ, ਗੁਰੂ ਘਰ ਨੂੰ ਮੋਰੀ ਕਿਹਾ। ਇਹ ਹੰਕਾਰੀ ਗੁਰੂ ਨਾਨਕ ਦੇ ਘਰ ਨੂੰ ਨੀਵਾਂ ਸਮਝਦਾ ਹੈ। ਜਿਹੜਾ ਘਰ ਭਾਈ ਆਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਕੋਟ 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 ਲਖ ਧਾਵੈ, ਇੱਕ ਤਿਲ ਤਾਕਾ ਮਹਿਲ ਨਾ ਪਾਵੈ। ਇਤਨਾ ਵੱਡਾ ਦਰ ਹੈ ਜੋ ਇਸ ਨੂੰ ਇਹਨੇ ਭਾਵ ਹੰਕਾਰ ਦੇ ਬੋਲ ਬੋਲੇ ਹਨ। ਜਦੋਂ ਉਹ ਖੋਲ ਪਠੀ ਜਾਨੀ ਵਿਦ ਸਭੈ, ਪੱਤਰਕਾ ਖੋਲ ਕੇ ਪੜ੍ਹੀ, ਸਾਰੀ ਵਿਦ ਜਾਣ ਲਈ। ਪਹਿਤ ਭਏ ਹੇ ਦਿਜ ਕੇ ਰਾਈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਸ ਮੁਖੀ ਪੰਡਤ ਨੂੰ, ਐ ਭਾਈ ਦਿਜ ਕੇ, ਐ ਬ੍ਰਾਹਮਣ ਦੇ ਸਭ ਦੇ ਮੁਖੀ, ਜਿਹੜਾ ਸੁਣ ਲੈ ਭਾਈ ਗੱਲ। ਮਹਾਰਾਜ ਕਹਿੰਦੇ ਦਿਜ ਕੇ ਰਾਈ। ਰਾਈ ਰਾਜਾ ਹੁੰਦਾ। ਦਿਜ ਭਾਵ ਜਿਹੜਾ ਸਾਰਿਆਂ ਦੇ ਵਿੱਚ ਮੁਖੀ ਸੀਗਾ, ਗੋਕਲ ਚੰਦ ਪੰਡਤ, ਉਸਨੂੰ ਕਿਹਾ ਹਮ ਨਹਿ ਲਹੈ ਦੀਵਾਨ ਸਗਾਈ। ਭਾਈ ਅਸੀਂ ਤੇਰੇ ਦੀਵਾਨ ਦਾ ਇਹ ਸ਼ਗਨ ਨਹੀਂ ਲਵਾਂਗੇ। ਢੂਡ ਲਹੈ ਕਿਤ ਭਲੋ ਚੁਬਾਰਾ। ਉਹਨੂੰ ਕਹਿ ਦਿਓ ਕੋਈ ਚੰਗਾ ਆਪਦਾ ਹੁਣ ਚੁਬਾਰਾ ਹੀ ਭਾਲ ਲਵੇ। ਹਮ ਤਿਸ ਤੇ ਅਬ ਲੀਨ ਕਿਨਾਰਾ। ਅਸੀਂ ਤਾਂ ਉਹਦੇ ਕੋਲੋਂ ਭਾਈ ਹੁਣ ਕਿਨਾਰਾ ਕਰਦੇ ਹਾਂ। ਸੁਨ ਦਿਜ ਲੱਜਤ ਤੁਸਨ ਭਇਓ। ਇਹ ਸੁਣ ਕੇ ਜਿਹੜਾ ਪੰਡਤ ਸੀ ਉਹ ਲੱਜਤ ਹੋਇਆ, ਚੁੱਪ ਕਰ ਗਿਆ। ਸੰਗਤ ਮਹਿ ਬਹੁ ਸ਼ੋਕ ਸੋ ਥਇਓ। ਤੇ ਸੰਗਤਾਂ ਵਿੱਚ ਵੀ ਇੱਕਦਮ ਉਤਸ਼ਾਹ ਖਤਮ ਹੋ ਗਿਆ। ਕਿਤੇ ਖੁਸ਼ੀਆਂ, ਕਿਤੇ ਹੁਣ ਇਹ ਦੁੱਖ ਮਹਿਸੂਸ ਹੋਇਆ ਕਿ ਸਾਰੇ ਤਿਆਰੀ ਕੀਤੀ ਹੈ, ਬੜਾ ਉਤਸ਼ਾਹ ਸੀ ਕਿ ਸ਼ਗਨ ਹੋਣਾ, ਵਿਆਹ ਕਾਰਜ ਹੋਣਗੇ। ਇੱਕਦਮ ਸਾਰਾ ਮਾਹੌਲ ਬਦਲ ਜਾਣਾ। ਇਹ ਸੰਗਤਾਂ ਵਿੱਚ ਹੋਇਆ। ਨਾਰਾਇਣ ਦਾਸ ਇੱਕ ਸਿੱਖ ਤੇ ਸਮ। ਤਾਂ ਉਸ ਸਮੇਂ ਉੱਥੇ ਇੱਕ ਨਾਰਾਇਣ ਦਾਸ ਗੁਰਸਿੱਖ ਬੈਠਾ ਹੈ। ਕਰ ਬੰਦਤ ਬੋਲਿਓ ਕਰ ਨਮੋ। ਉਹ ਬੰਦਨਾ ਕਰਕੇ ਨਮਸਕਾਰ ਕਰਦਾ, ਬੇਨਤੀ ਕੀਤੀ, ਹੇ ਗੁਰ ਅਮਰ ਗੁਰੂ ਜਬ ਭਇਓ। ਕਹਿੰਦਾ ਹੇ ਸਤਿਗੁਰੂ ਜੀ, ਜਦੋਂ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ ਸਨ, ਪਾਰੋ ਜੁਲਕਾ ਸਿੱਖ ਤਿਨ ਥਇਓ। ਭਾਈ ਪਾਰੋ ਜੁਲਕਾ ਗੋਤ ਦਾ ਖੱਤਰੀ, ਗੁਰੂ ਮਹਾਰਾਜ ਜੀ ਡੱਲੇ ਨਗਰ ਦਾ, ਉਹ ਗੁਰੂ ਅਮਰਦਾਸ ਜੀ ਦਾ ਸਿੱਖ ਹੋਇਆ ਹੈ। ਤਿਸ ਕੀ ਬੰਸ ਵਿਖੈ ਮੈਂ ਦਾਸ। ਉਹਦੀ ਬੰਸ ਦੇ ਵਿੱਚ ਮਹਾਰਾਜ ਜੀ ਮੈਂ ਤੁਹਾਡਾ ਸੇਵਕ ਹਾਂ। ਭਾਈ ਪਾਰੋ ਪਰਮਹੰਸ, ਪਾਰੋ ਜੁਲਕਾ ਜੀ ਨਾਂ ਆਉਂਦਾ, ਉਹਨਾਂ ਦੀ ਅੰਸ ਬੰਸ ਵਿੱਚੋਂ ਡੱਲੇ ਨਗਰ ਤੋਂ ਸਨ। ਸਤਿਗੁਰੂ ਪਾਤਸ਼ਾਹ ਉਹਨਾਂ ਦਾ ਹੀ ਅੱਗੇ ਪੁੱਤਰ ਪੋਤਰਾ ਇਹ ਲਿਖਿਆ ਹੈ ਕਿ ਮਹਾਰਾਜ ਦਾ ਇਹ ਜਿਹੜਾ ਭਾਈ ਪਾਰੋ ਪਰਮਹੰਸ ਜੀ ਦਾ ਪੋਤਰਾ ਸੀ। ਬਾਕੀ ਥੋੜਾ ਬਹੁਤਾ ਇਤਿਹਾਸਾਂ ਵਿੱਚ ਫਰਕ ਹੈ। ਕਹਿੰਦਾ ਮਹਾਰਾਜ ਮੈਂ ਤੁਹਾਡਾ ਸੇਵਕ ਉਹਦੀ ਵੰਸ਼ ਵਿੱਚੋਂ ਹਾਂ। ਬੇਟੀ 11 ਬਰਸ ਆਵਾਸ। ਮੇਰੀ ਲੜਕੀ ਹੈ ਮਹਾਰਾਜ ਜੀ, ਜਿਸ ਦੀ ਉਮਰ 11 ਸਾਲ ਹੈ। ਨਿਜ ਸੁਤ ਦਾਸੀ ਤਿਸੇ ਬਨਾਵੋ। ਉਹਨਾਂ ਸਮਿਆਂ ਵਿੱਚ ਗੁਰਮੁਖੋ ਪਹਿਲਾਂ ਸ਼ਗਨ ਜਿਹੜਾ ਵਿਵਾਹ ਹੁੰਦੇ ਸਨ ਛੋਟੀ ਉਮਰ ਵਿੱਚ ਹੋ ਜਾਂਦੇ ਸੀ। ਕਈ ਸਾਲਾਂ ਬਾਅਦ ਫਿਰ ਲੜਕੀ ਨੂੰ ਘਰ ਲਿਆਂਦਾ ਜਾਂਦਾ ਸੀ। ਇਸ ਤਰ੍ਹਾਂ ਦੇ ਰੀਤੀ ਰਿਵਾਜ ਹੁੰਦੇ ਸੀ।
ਮਹਾਰਾਜ 11 ਸਾਲ ਉਮਰ ਹੈ ਬੱਚੀ ਦੀ, ਨਿਜ ਸੁਤ ਦਾਸੀ ਤਿਸੇ ਬਣਾਵੋ। ਆਪਣੇ ਪੁੱਤਰ ਦੀ ਦਾਸੀ ਉਸ ਨੂੰ ਬਣਾ ਲੋ। ਮੋਹੇ ਨਿਵਾਜੋ ਲਾਜ ਰਖਾਵੋ। ਤੇ ਨਾਲੇ ਮਹਾਰਾਜ ਕਿਰਪਾ ਕਰੋ, ਲਾਜ ਰੱਖੋ ਸਾਡੀ, ਸਾਨੂੰ ਵੀ ਨਿਵਾਜ ਦੇਵੋ। ਸ੍ਰੀ ਅਰਜਨ ਸੁਨ ਭਏ ਪ੍ਰਸੰਨ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਣ ਕਰਕੇ ਪ੍ਰਸੰਨ ਹੋਏ। ਭਲੇ ਸਮੇਂ ਬੋਲਿਓ ਸਿੱਖ ਧੰਨ। ਇਹ ਮਹਾਰਾਜ ਕਹਿੰਦੇ ਭਾਈ ਬਹੁਤ ਭਲੇ ਚੰਗੇ ਸਮੇਂ ਹੀ ਇਹ ਸਿੱਖਾ ਤੂੰ ਇਹ ਬੇਨਤੀ ਕੀਤੀ ਹੈ, ਤੂੰ ਧੰਨ ਹੈ। ਉਤਸ਼ਵ ਕੋ ਸਮਾਜ ਵੰਡ ਜੁਰਿਓ। ਤੇ ਜਿਹੜਾ ਦੇਖੋ ਕਿੱਡਾ ਵੱਡਾ ਇਕੱਠ ਉਤਸ਼ਵ ਵਾਸਤੇ ਇਕੱਠਾ ਹੋਏ। ਸੋ ਤੈ ਨਾਹਿਨ ਬਿਰਥੋ ਕਰਿਓ। ਏਡਾ ਵੱਡਾ ਉਤਸ਼ਵ ਇਕੱਠ ਤੂੰ ਭਾਈ ਗੁਰਸਿੱਖਾ ਬਿਰਥਾ ਨਹੀਂ ਕੀਤਾ ਹੈ, ਭਾਵ ਉਤਸ਼ਾਹ ਤੂੰ ਖਤਮ ਨਹੀਂ ਹੋਣ ਦਿੱਤਾ। ਬੈਠੋ ਸ਼ਗਨ ਦੇਹੋ ਹਿਤ ਸਾਥ। ਤੇ ਬੈਠ ਇੱਥੇ ਹੀ ਪ੍ਰੇਮ ਨਾਲ ਤੂੰ ਹੁਣ ਸਾਡੇ ਪੁੱਤਰ ਨੂੰ ਸ਼ਗਨ ਦੇ ਦੇ। ਦੇਹੋ ਟੀਕਾ ਹਰ ਗੋਬਿੰਦ ਮਾਥ। ਇਹ ਸ਼ਗਨ ਦਾ ਟਿੱਕਾ ਤੂੰ ਗੁਰੂ ਹਰਗੋਬਿੰਦ ਸਾਹਿਬ ਦੇ ਮੱਥੇ ਪਰ ਹੁਣੇ ਹੀ ਲਾ ਦੇ। ਚਹਿਤ ਸਮਗਰੀ ਜੋ ਸਮਦਾਈ। ਜਿੰਨੀ ਵੀ ਫਿਰ ਭਾਈ ਸਮਗਰੀ ਉਸ ਸਮੇਂ ਚਾਹੀਦੀ ਸੀ, ਤੁਰਤ ਨਾਰਾਇਣ ਦਾਸ ਮੰਗਾਈ। ਉਹ ਭਾਈ ਨਾਰਾਇਣ ਦਾਸ ਜੀ ਨੇ ਤੁਰੰਤ ਮੰਗਾ ਲਈ ਹੈ। ਗੁਰ ਆਇਸ ਬ੍ਰਿਧ ਪਾਤਿਸ ਕਾਲਾ। ਗੁਰੂ ਸਾਹਿਬ ਦੀ ਆਗਿਆ ਪਾ ਕੇ ਉਸ ਸਮੇਂ ਬਾਬਾ ਬੁੱਢਾ ਜੀ ਕਰ ਅਰਦਾਸ ਤਵੈ ਹਿਤ ਨਾਲਾ। ਪ੍ਰੇਮ ਦੇ ਨਾਲ ਫਿਰ ਅਰਦਾਸ ਕੀਤੀ। ਨਾਰਾਇਣ ਦਾਸ ਤਬ ਲੀਨ ਸਗਾਈ। ਭਾਈ ਨਾਰਾਇਣ ਦਾਸ ਜੀ ਨੇ ਫਿਰ ਸ਼ਗਨ ਲਿਆ ਹੈ। ਸ੍ਰੀ ਹਰਗੋਬਿੰਦ ਝੋਲੀ ਪਾਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਝੋਲੀ ਸ਼ਗਨ ਪਾ ਦਿੱਤਾ। ਕੇਸਰ ਤਿਲਕ ਭਾਈ ਤਬ ਲਾਇਓ। ਭਾਈ ਨਾਰਾਇਣ ਦਾਸ ਜੀ ਨੇ ਨਾਲ ਹੀ ਕੇਸਰ ਦਾ ਤਿਲਕ ਲਾ ਦਿੱਤਾ ਹੈ। ਭਾ ਆਨੰਦ ਬਰਨਿਓ ਨਹਿ ਜਾਇਓ। ਇੰਨਾ ਆਨੰਦ ਹੋਇਆ ਕਿ ਜਿਹਨੂੰ ਸੰਤ ਰੇਣ ਜੀ ਕਹਿੰਦੇ ਵਰਣਨ ਨਹੀਂ ਕੀਤਾ ਜਾ ਸਕਦਾ। ਸਤਿਗੁਰ ਕੇ ਘਰ ਕਮੀ ਨ ਕਾਈ। ਭਾਈ ਜੋ ਇਹ ਸਤਿਗੁਰੂ ਦਾ ਘਰ ਹੈ ਨਾ, ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਚੰਦੂ ਮੰਦ ਮਤੀ ਲਖ ਪਾਈ। ਜਿਹੜਾ ਚੰਦੂ ਹੈ ਮਲੀਨ ਮਤ ਵਾਲਾ, ਉਹਨੇ ਇਸ ਤਰ੍ਹਾਂ ਜਾਣਿਆ ਨਹੀਂ, ਮਹਿਮਾ ਨਹੀਂ ਜਾਣ ਸਕਿਆ। ਮਹਿਲ ਗੁਰਨ ਕੇ ਬਹੁ ਉਤਸ਼ਾਹੀ। ਗੁਰੂ ਸਾਹਿਬ ਜੀ ਦੇ ਮਹਿਲ ਬਹੁਤ ਸਤਿਗੁਰਾਂ ਦੇ ਧਰਮ ਪਤਨੀ ਉਤਸ਼ਾਹ ਵਿੱਚ ਹਨ। ਮਾਤਾ ਗੰਗ ਅੰਗ ਨੈ ਮਾਹੀ। ਹੁਣ ਮਾਤਾ ਗੰਗਾ ਜੀ ਆਪਣੇ ਭਾਈ ਖੁਸ਼ੀ ਅੰਗਾਂ ਵਿੱਚ ਭਾਵ ਸਮਾਉਂਦੀ ਨਹੀਂ, ਬਹੁਤ ਖੁਸ਼ੀ ਹੈ। ਨਗਰ ਅੰਗਨਾ ਸਭ ਚੱਲ ਆਵੇ। ਫਿਰ ਭਾਈ ਜਿਹੜੀਆਂ ਨਗਰ ਦੀਆਂ ਅੰਗਨਾ ਨਾਮ ਇਸਤਰੀਆਂ ਨੇ, ਹੋਰ ਮਾਈਆਂ ਬੀਬੀਆਂ ਵੀ ਸਾਜੋ ਚੱਲ ਕੇ ਆਈਆਂ। ਦੇਹ ਵਧਾਈ ਸ਼ਬਦ ਗੁਰ ਗਾਵੇ। ਵਧਾਈਆਂ ਦਿੰਦੀਆਂ ਗੁਰੂ ਦੇ ਸ਼ਬਦ ਗਾਉਂਦੀਆਂ ਹਨ। ਪੁੰਨਿਆ ਅਸੂ ਕੀ ਸ਼ੁਭ ਜਾਨੋ। ਇਹ ਭਾਈ ਉਹ ਦਿਨ ਅਸੂ ਦੀ ਪੁੰਨਿਆਂ ਦਾ ਸ਼ੁਭ ਦਿਨ ਜਾਣ ਲੋ। ਭੀ ਸਗਾਈ ਗੁਰ ਸੁਤ ਪਰਮਾਨੋ। ਜੋ ਭਾਈ ਸਗਾਈ ਹੋਈ ਗੁਰੂ ਮਹਾਰਾਜ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਦੂਸਰ ਦਿਵਸ ਨਾਰਾਇਣ ਦਾਸ। ਤੇ ਦੂਜੇ ਦਿਨ ਫਿਰ ਭਾਈ ਨਾਰਾਇਣ ਦਾਸ ਜੀ ਸ੍ਰੀ ਗੁਰ ਢਿਗ ਅਸ ਬਿਨੈ ਪ੍ਰਕਾਸ਼। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲੇ ਇਉਂ ਬੇਨਤੀ ਕੀਤੀ। ਜੇ ਰਾਵਰ ਕੀ ਹੋਵੈ ਰਜਾਏ। ਮਹਾਰਾਜ ਜੀ ਜੇ ਤੁਹਾਡੀ ਰਜਾ ਹੁਕਮ ਹੋਵੇ, ਵਿਆਹ ਹੋਵੇ ਅਬ ਆਨੰਦ ਥਾਏ। ਮਹਾਰਾਜ ਜੀ ਹੁਣ ਜਿਹੜਾ ਹੈ ਵਿਆਹ ਕਾਰਜ ਕਰ ਦਈਏ, ਆਨੰਦ ਖੁਸ਼ੀਆਂ ਹੋਣ। ਹੁਣ ਸਤਿਗੁਰ ਬਹੁ
ਸੁਨ ਸਤਿਗੁਰ ਬਹੁ ਹਰਖ ਬਢਾਹੇ। ਸੁਣ ਕਰਕੇ ਸਤਿਗੁਰੂ ਜੀ ਨੇ ਬਹੁਤ ਖੁਸ਼ੀ ਵਧਾਈ ਹੈ। ਕਹੇ ਕਿ ਭਲੀ ਬਾਤ ਇਹੋ ਆਹੇ। ਮਹਾਰਾਜ ਕਹਿੰਦੇ ਭਾਈ ਹਾਂ ਇਹ ਤੇ ਬਹੁਤ ਚੰਗੀ ਗੱਲ ਹੈ। ਕਾਤਕ ਪੁੰਨਿਆ ਅੱਗੇ ਆਵੇ। ਅੱਗੇ ਭਾਈ ਕਾਤਕ ਦੀ ਪੁੰਨਿਆਂ ਦਾ ਦਿਨ ਆਵੇਗਾ। ਆਦ ਸਤਿਗੁਰੂ ਭਵ ਦਿਨ ਗਾਵੇ। ਉਸ ਦਿਨ ਆਦ ਸਤਿਗੁਰੂ ਭਵ ਦਿਨ। ਆਦ ਸਤਿਗੁਰੂ ਕੌਣ? ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਦ ਗੁਰੂ ਜੀ ਦਾ ਭਵ ਦਿਨ ਗਾਵੇ, ਜੋ ਭਾਈ ਪ੍ਰਕਾਸ਼ ਦਿਨ ਕਿਹਾ ਜਾਂਦਾ ਹੈ। ਕਾਤਕ ਦੀ ਪੁੰਨਿਆਂ ਦਾ। ਅੱਸੂ ਦੀ ਪੁੰਨਿਆਂ ਨੂੰ ਸ਼ਗਨ ਹੋਇਆ ਤੇ ਕਾਤਕ ਦੀ ਪੁੰਨਿਆਂ ਮਹਾਰਾਜ ਕਹਿੰਦੇ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਉਸ ਦਿਨ ਅਵਤਾਰ ਦਿਹਾੜਾ ਹੈ। ਸ਼ੁਭ ਦਿਨ ਜਗ ਮਹਿ ਐਸ ਨਾ ਕੋਈ। ਉਹ ਦਿਨ ਵਰਗਾ ਕੋਈ ਜਗਤ ਦੇ ਉੱਤੇ ਸ਼ੁਭ ਦਿਹਾੜਾ ਨਹੀਂ ਹੈ। ਸਤਿਗੁਰ ਨਾਨਕ ਪ੍ਰਗਟੇ ਜੋਈ। ਜਿਸ ਦਿਨ ਭਾਈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ ਤਾਂ ਤੇ ਭਾਈ ਨਾਰਾਇਣ ਦਾਸ। ਤਾਂ ਤੇ ਹੈ ਭਾਈ ਨਾਰਾਇਣ ਦਾਸ ਭਇਓ ਟਿਕਾਣਾ ਪੁੰਨਿਆ ਖਾਸ। ਆਪਾਂ ਕਾਤਕ ਦੀ ਪੁੰਨਿਆਂ ਦਾ ਦਿਨ ਜਿਹੜਾ ਹੈ ਵਿਆਹ ਕਾਰਜ ਰੱਖਿਆ ਜਾਊਗਾ। ਉਹ ਦਿਨ ਆਪਾਂ ਖਾਸ ਪੁੰਨਿਆਂ ਦਾ ਜੋ ਹੈ ਉਸ ਦਿਨ ਟਿਕਾਣਾ ਭਾਵ ਮਿਥਿਆ ਹੈ। ਦੋਹਰਾ ਨਾਰਾਇਣ ਦਾਸ ਬਾਚ ਸੁਨ ਤਬੈ ਬੜ ਆਨੰਦ ਕੋ ਪਾਏ। ਭਾਈ ਨਾਰਾਇਣ ਦਾਸ ਜੀ ਨੇ ਸਤਿਗੁਰਾਂ ਦੇ ਬਚਨ ਸੁਣੇ ਤੇ ਬਹੁਤ ਆਨੰਦ ਖੁਸ਼ੀ ਪਾਈ ਹੈ। ਵਿਦਾ ਭਇਓ ਗਾ ਧਾਮ ਨਿਜ ਰਚਿਓ ਵਿਆਹੇ ਉਤਸ਼ਾਏ। ਫਿਰ ਉਹ ਆਪਣੇ ਨਗਰ ਨੂੰ ਚਲਿਆ ਗਿਆ ਹੈ ਤੇ ਜਾ ਕੇ ਵਿਆਹ ਕਾਰਜ ਉਤਸ਼ਾਹ ਨਾਲ ਰਚਨਾ ਤਿਆਰੀਆਂ ਕੀਤੀਆਂ। ਚੌਪਈ ਇਤ ਸਤਿਗੁਰ ਸਭ ਕਰੀ ਤਿਆਰੀ। ਇੱਧਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਸਾਰੀ ਤਿਆਰੀ ਕਰ ਲਈ ਹੈ। ਭਾਈ ਨਾਰਾਇਣ ਦਾਸ ਜੀ ਇਹ ਡੱਲਾ ਨਗਰ ਹੈ ਸੁਲਤਾਨਪੁਰ ਲੋਧੀ ਦੇ ਉਰਲੇ ਪਾਸੇ। ਪਹਿਲਾਂ ਜੇ ਇੱਧਰੋਂ ਆਪਾਂ ਜਦੋਂ ਜਾਂਦੇ ਹਾਂ ਸੁਲਤਾਨਪੁਰ ਲੋਧੀ ਨੂੰ ਤਾਂ ਡੱਲਾ ਨਗਰ ਆਉਂਦਾ ਹੈ। ਉੱਥੋਂ ਦੇ ਹੀ ਜਿਹੜੇ 72 ਬ੍ਰਹਮ ਗਿਆਨੀਆਂ ਦਾ ਜ਼ਿਕਰ ਹੈ ਤੇ ਇਹਨਾਂ ਵਿੱਚ ਹੀ ਭਾਈ ਪਾਰੋ ਜੁਲਕਾ ਪਰਮਹੰਸ ਜੀ ਨੇ। ਉੱਥੋਂ ਦੇ ਹੀ ਭਾਈ ਲਾਲੋ ਜੀ ਹੋਏ ਜਿਨ੍ਹਾਂ ਨੇ ਤਈਏ ਤਾਪ ਵਾਲੀ ਕਥਾ ਜੁੜੀ ਹੋਈ ਹੈ। ਐਸਾ ਉਹ ਮਹਾਨ ਨਗਰ ਸੀ ਪੁਰਾਤਨ ਸਮੇਂ ਤੋਂ। ਤੇ ਉਸ ਨਗਰ ਤੋਂ ਗੁਰਮੁਖੋ ਬਹੁਤ ਚੰਗੇ ਚੰਗੇ ਗੁਰਮੁਖ ਫਿਰ ਜਦੋਂ ਮਿਸਲਾਂ ਬਣੀਆਂ ਤੇ ਉਹ ਡੱਲੇ ਵਾਲੀ ਮਿਸਲ ਦੇਖੋ ਸਾਰੀ ਇਹ ਡੱਲੇ ਨਗਰ ਦੇ ਮਹਾਨ ਸਿੰਘ ਹੋਏ। ਜੰਗਾਂ ਯੁੱਧਾਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੀ ਉਹਨਾਂ ਤੋਂ ਬਾਅਦ ਵੀ ਜਦੋਂ ਮਿਸਲਾਂ ਦਾ ਸਮਾਂ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਹੁਣੀ ਹੋਰ ਸਰਦਾਰਾਂ ਇਹ ਮਿਸਲਾਂ 12 ਉਦੋਂ ਹੋਈਆਂ ਜਦੋਂ ਫਿਰ ਇਹ ਸੇਵਾ ਕੀਤੀ ਹੈ। ਬਹੁਤ ਚੜ੍ਹਦੀ ਕਲਾ ਵਾਲੇ ਇਹ ਸਿੰਘ ਹੋਏ ਹਨ ਉੱਥੋਂ ਦੇ। ਐਡੀ ਕਿਰਪਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਮਿਹਰਾਂ ਹੋਈਆਂ। ਕਿਵੇਂ ਫਿਰ ਗੁਰਮੁਖੋ ਵਿਆਹ ਕਾਰਜ ਹੋਇਆ ਉਹ ਸੰਖੇਪ ਵਿਚਾਰ ਕੱਲ ਦੇ ਸਮੇਂ ਆਪਾਂ ਵਿਚਾਰਾਂਗੇ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।